साध ना जानिया हर राया। कहो नानक हम नीच कर्मा, शरण परे की राखो शर्मा। सो कहो टल गुर सेवियै, अहनस सहज सुभाए। दर्शन परसै गुरु कै, जन्म मरण दुख जाए। होवै सिफत खसम दी, नूर अरसों कुरसों चढ़िया। तुद डिठे सच्चे पातशाह, मल जन्म जन्म दी कटिया। सज्जन सच्चा पातशाहो, सिर साहां साहो। जिस पास बैठिया सोही है, सबना दा वेसाहो। धन वाहेगुरु साहिब जियो। सलोक महला तीजा। माया ममता मोहनी, जिन विण दंता जग खाया। मनमुख खाधे गुरमुख उबरे, जिनी सच नाम चित लाया। माया ममता मोहनी, जिन विण दंता जग खाया। मनमुख खाधे गुरमुख उबरे, जिनी सच नाम चित लाया। बिन नावै जग कमला फिरै, गुरमुख नदरी आया। धंधा करतिया निहफल जन्म गवाया। सुख दाता मन न वसाया। नानक नाम तिना को मिलिया, जिनको धुर लिख पाया। महला तीजा। घर ही मह अमृत भरपूर है, मन मुखा साध न पाया। जो कस्तूरी मिर्ग न जानै, भ्रम दा भरम भुलाया। अमृत तज बिख संग्रह, करता आप खुआया। गुरमुख विरले सोजी पई, तिना अंदर ब्रह्म दिखाया। तन मन शीतल होया, रसना हर साध आया। सबदे ही नाव उपजै, सबदे मेल मिलाया। बिन सबदा सब जग बौराना, बिरथा जन्म गवाया। अमृत एको शब्द है, नानक गुरमुख पाया। पौड़ी। सो हर पुरख अगम है, कहो कित बिद पाइयै। तिस रूप न रेख अदृष्ट, कहो जन क्यों त्याइयै। निरंकार निरंजन हर अगम, क्या कह गुण गाइयै। जिस आप बुझाए आप सो हर मार्ग पाइयै। गुर पूरै वेखालिया, गुर सेवा पाइयै। निरंकार निरंजन हर अगम, क्या कह गुण गाइयै। जिस आप बुझाए आप सो हर मार्ग पाइयै।
ਗੁਰ ਪੂਰੈ ਵੇਖਾਲਿਆ, ਗੁਰ ਸੇਵਾ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਵਡਭਾਗੀ ਸਾਧ ਸੰਗਤ ਜੀਓ, ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾ ਕਰਕੇ ਤਰਸ ਕਰਕੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਸਾਡੀ ਝੋਲੀ ਪਾਏ ਹਨ। ਬੜੀ ਕਿਰਪਾ ਵਾਲੇ ਅੱਜ ਦੇ ਇਹ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਹਨ। ਗੁਰੂ ਮਹਾਰਾਜ ਜੀ ਦੀ ਸੰਪੂਰਨ ਗੁਰਬਾਣੀ, ਸੰਪੂਰਨ ਉਪਦੇਸ਼ ਸਾਨੂੰ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜਦੇ ਹਨ, ਸੱਚ ਦੇ ਗਿਆਨ ਦੇ ਨਾਲ ਜੋੜਦੇ ਹਨ, ਚੰਗੇ ਗੁਣ ਸਾਡੇ ਹਿਰਦੇ ਦੇ ਵਿੱਚ ਪੈਦਾ ਕਰਦੇ ਹਨ। ਹਰ ਵਾਰ ਕੋਸ਼ਿਸ਼ ਕਰੀਦੀ ਹੈ ਕਿ ਗੁਰੂ ਮਹਾਰਾਜ ਜੀ ਦੇ ਇਹ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਨੂੰ ਥੋੜ੍ਹਾ ਜਿਹਾ ਯਤਨ ਕਰਕੇ ਵਿਆਖਿਆ ਸਹਿਤ ਅਰਥਾਂ ਸਹਿਤ ਸਮਝਣ ਦਾ ਆਪਾਂ ਯਤਨ ਕਰਿਆ ਕਰੀਏ। ਜ਼ਿਆਦਾ ਸਮਾਂ ਨਹੀਂ ਲੈਣਾ, 15 ਤੋਂ 20 ਮਿੰਟ ਦਾ ਸਮਾਂ ਲੈ ਕਰਕੇ ਮਹਾਰਾਜ ਜੀ ਦੇ ਅੱਜ ਦੇ ਇਹ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਨੂੰ ਆਪਾਂ ਪੰਕਤੀ ਦਰ ਪੰਕਤੀ ਸਮਝਣਾ ਕਰਦੇ ਹਾਂ ਜੀ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਇਹ ਬਾਣੀ ਹੈ। ਸੋਰਠ ਰਾਗ ਦੇ ਅੰਦਰ ਇਹ ਦਰਜ ਬਾਣੀ ਸਾਨੂੰ ਕੀ ਸਮਝਾਉਣਾ ਕਰਦੀ ਹੈ। ਗੁਰੂ ਮਹਾਰਾਜ ਜੀ ਦੇ ਉੱਪਰ 643 ਅੰਗ ਦੇ ਉੱਤੇ ਇਹ ਸ਼ਬਦ ਸੁਸ਼ੋਭਿਤ ਹਨ। ਅੱਜ ਦੇ ਇਹ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਸਾਨੂੰ ਕੀ ਸਮਝਾਉਣਾ ਕਰਦੇ ਹਨ। ਆਓ ਥੋੜਾ ਜਿਹਾ ਯਤਨ ਕਰੀਏ ਅੱਜ ਦੇ ਇਸ ਸ਼ਬਦ ਨੂੰ ਸਮਝਣ ਦਾ ਜੀ। ਸ਼ਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ। ਅੱਜ ਦੇ ਇਹ ਜਿਹੜੇ ਸ਼ਬਦ ਹਨ ਨਾ, ਤਿੰਨ ਭਾਗਾਂ ਦੇ ਵਿੱਚ ਹਨ, ਤਿੰਨ ਪੜਾਅ ਹਨ ਇਹਨਾਂ ਦੇ। ਸ਼ਲੋਕ ਮਹੱਲਾ ਤੀਜਾ, ਫਿਰ ਮਹੱਲਾ ਤੀਜਾ, ਫਿਰ ਪੌੜੀ। ਮਹਾਰਾਜ ਜੀ ਨੇ ਇਹਨਾਂ ਸ਼ਲੋਕਾਂ ਦੇ ਅੰਦਰ, ਸ਼ਬਦ ਦੇ ਅੰਦਰ, ਪੌੜੀ ਦੇ ਅੰਦਰ ਸਾਨੂੰ ਇੱਕ ਵਿਉਂਤਬੰਦੀ ਦਿੱਤੀ ਹੈ। ਪੌੜੀ ਦਰ ਪੌੜੀ ਪਹਿਲਾਂ ਤੁਸੀਂ ਆਪਣੇ ਅੰਦਰ ਦੇ ਜਿਹੜੇ ਔਗਣ ਹਨ ਉਹਨਾਂ ਨੂੰ ਪਛਾਣਨਾ ਹੈ। ਉਹ ਔਗਣ ਪਛਾਣ ਕਰਕੇ ਸੱਚੇ ਪਾਤਸ਼ਾਹ ਜੀ ਪਾਸ ਆ ਕਰਕੇ ਤੁਸੀਂ ਉਹ ਔਗਣ ਦੀ ਅਰਦਾਸ ਬੇਨਤੀ ਕਿਸ ਤਰ੍ਹਾਂ ਕਰਨੀ ਹੈ। ਔਗਣ ਨੂੰ ਪਛਾਣ ਕਰਕੇ ਮਹਾਰਾਜ ਜੀ ਦੇ ਸਨਮੁਖ ਹੋ ਕਰਕੇ, ਸੱਚੇ ਗੁਰੂ ਦੇ ਅਕਾਲ ਪੁਰਖ ਦੇ ਸਨਮੁਖ ਹੋ ਕਰਕੇ ਉਸ ਨੂੰ ਖਤਮ ਕਰਨ ਦੀ ਅਰਦਾਸ ਬੇਨਤੀ ਕਿਸ ਤਰ੍ਹਾਂ ਕਰਨੀ ਹੈ। ਤੇ ਮਹਾਰਾਜ ਜੀ ਆਪਣੇ ਇਹਨਾਂ ਸ਼ਬਦਾਂ ਦੇ ਅੰਦਰ ਤੁਹਾਡੀ ਇਸ ਭਾਵਨਾ ਨੂੰ ਸਮਝ ਕਰਕੇ ਸੰਪੂਰਨ ਸਮਝਾਉਣਗੇ ਕਿ ਕਿਸ ਤਰ੍ਹਾਂ ਤੁਸੀਂ ਇਹਨਾਂ ਔਗਣਾਂ ਨੂੰ ਆਪਣੇ ਅੰਦਰੋਂ ਖਤਮ ਕਰਕੇ ਪਰਮਾਤਮਾ ਦੇ ਵਿੱਚ ਅਭੇਦ ਹੋਣਾ ਹੈ। ਪਰਮਾਤਮਾ ਦੀ ਆਪਾਂ ਸਿਫਤ ਕਰਦੇ ਹਾਂ। ਅਕਾਲ ਪੁਰਖ ਇੱਕ ਹੈ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ। ਇੱਕ ਓੰਕਾਰ ਨੂੰ ਕਿਸ ਤਰ੍ਹਾਂ ਸਿਮਰਨਾ ਹੈ, ਗੁਰਬਾਣੀ ਸਾਨੂੰ ਹਮੇਸ਼ਾ ਹੀ ਇਸ ਦੇ ਉੱਤੇ ਆਧਾਰਿਤ ਸ਼ਬਦ ਦਿੰਦੀ ਹੈ। ਅੱਜ ਦੇ ਇਹ ਪਾਵਨ ਪਵਿੱਤਰ ਸ਼ਬਦ ਨੂੰ ਬੜੇ ਧਿਆਨ ਦੇ ਨਾਲ ਸਮਝਣਾ, ਕਿਰਪਾ ਦੇ ਨਾਲ ਮਨ ਇਕਾਗਰ ਕਰਕੇ ਸਮਝਣਾ। ਜ਼ਿੰਦਗੀ ਦੇ ਵਿੱਚ ਅਸੀਂ ਹਰ ਰੋਜ਼ ਕਿਰਤ ਕਰਦੇ ਹਾਂ। ਜ਼ਿੰਦਗੀ ਦੇ ਵਿੱਚ ਅਸੀਂ ਆਪਣਾ ਸੰਸਾਰ ਦੇ ਵਿੱਚ ਅਸੀਂ ਗ੍ਰਸਤ ਜੀਵਨ ਚਲਾਉਂਦੇ ਹਾਂ। ਅਸੀਂ ਸੰਸਾਰ ਦੇ ਵਿੱਚ ਚੰਗੇ ਕਦਮਾਂ ਦੇ ਨਾਲ ਕਿਸ ਤਰ੍ਹਾਂ ਚੱਲਣਾ ਹੈ, ਅੱਜ ਦੇ ਇਸ ਸ਼ਬਦ ਦੇ ਨਾਲ ਸਾਨੂੰ ਸਮਝਣਾ ਮਿਲੇਗਾ। ਸ਼ਲੋਕ ਮਹੱਲਾ ਤੀਜਾ। ਸ਼ਲੋਕ ਮਹੱਲਾ ਤੀਜਾ। ਮਹੱਲਾ ਤੀਜਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸੋਰਠ ਰਾਗ ਦੀ ਇਹ ਬਾਣੀ ਹੈ। ਮਾਇਆ ਮਮਤਾ ਮੋਹਣੀ, ਜਿਨ ਵਿਨ ਦੰਤਾ ਜਗ ਖਾਇਆ। ਇਹ ਪੰਕਤੀਆਂ ਨਾ ਸੁਭਾਵਕ ਸਭਨਾਂ ਦੇ ਮਨ ਦੇ ਵਿੱਚ ਵਸੀਆਂ ਹਨ। ਜਿਸ ਤਰ੍ਹਾਂ ਜਿਹੜੇ ਕੁਝ ਸ਼ਬਦ ਹੁੰਦੇ ਹਨ ਨਾ, ਔਖੇ ਸ਼ਬਦ ਨਹੀਂ, ਕੁਝ ਗੁਰਬਾਣੀ ਬੜੀ ਸਰਲ ਹੁੰਦੀ ਹੈ। ਜਿਸ ਤਰ੍ਹਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਇਸ ਤਰ੍ਹਾਂ ਇਹ ਸ਼ਬਦ ਵੀ ਮੈਂ ਸਮਝਦਾ ਹਾਂ ਕਿ ਸੰਗਤ ਦੇ ਮਨ ਦੇ ਅੰਦਰ ਬਹੁਤਾਤ ਦੇ ਵਿੱਚ ਇਹ ਸ਼ਬਦ ਵਸਿਆ ਹੋਇਆ ਹੈ। ਮਾਇਆ ਮਮਤਾ ਮੋਹਣੀ, ਇਹ ਸ਼ਬਦ ਨੂੰ ਪਹਿਲਾਂ ਸਮਝੀਏ। ਅਸੀਂ ਹੁਣ ਗੁਰਬਾਣੀ ਦੇ ਅੰਦਰ ਮਾਇਆ ਕਿਸ ਨੂੰ ਆਖਿਆ ਹੈ? ਜਿਹੜੀ ਅਸੀਂ ਕਿਰਤ ਕਰਦੇ ਹਾਂ, ਜਿਹੜੀ ਅਸੀਂ ਸੰਸਾਰ ਦੇ ਵਿੱਚ ਮਾਇਆ ਕਮਾਉਂਦੇ ਹਾਂ, ਇਹ ਮਾਇਆ ਉਸ ਨੂੰ ਆਖਿਆ ਹੈ ਜਾਂ ਕੋਈ ਹੋਰ ਇਹ ਮਾਇਆ ਹੈ? ਜੇ ਅਸੀਂ ਉਹ ਮਾਇਆ ਨਹੀਂ ਕਮਾਵਾਂਗੇ, ਅਸੀਂ ਸੰਸਾਰ ਦੇ ਵਿੱਚ ਚੱਲਾਂਗੇ ਕਿੱਦਾਂ? ਅਸੀਂ ਕਿਰਤ ਨਹੀਂ ਕਰਾਂਗੇ, ਅਸੀਂ ਗ੍ਰਸਤ ਜੀਵਨ ਕਿਸ ਤਰ੍ਹਾਂ ਚਲਾਵਾਂਗੇ? ਇਹ ਬੜੇ ਸਵਾਲ ਨੇ ਸਾਡੇ ਮਨਾਂ ਦੇ ਅੰਦਰ। ਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਦੇ ਨਾਲ ਇਸੇ ਕਰਕੇ ਹੀ ਹੁਕਮਨਾਮਾ ਸਾਹਿਬ ਸਾਨੂੰ ਦਿੰਦੇ ਹਨ, ਸਮਝਾਉਣਾ ਚਾਹੁੰਦੇ ਹਨ। ਪਹਿਲਾਂ ਸਭ ਤੋਂ ਪਹਿਲਾਂ ਇਹੀ ਸਮਝਣਾ ਹੈ ਕਿ ਇਹ ਮਾਇਆ ਕਿਸ ਨੂੰ ਆਖਿਆ ਹੈ। ਗੁਰਬਾਣੀ ਦੇ ਅੰਦਰ ਮਾਇਆ ਉਸ ਨੂੰ ਆਖਿਆ ਹੈ ਜੋ
ਤੁਹਾਨੂੰ ਅਕਾਲ ਪੁਰਖ ਤੋਂ ਦੂਰ ਕਰਦੀ ਹੈ। ਜਿਹੜੀ ਵੀ ਵਸਤੂ, ਕੋਈ ਵੀ ਵਸਤੂ ਹੈ ਜੋ ਤੁਹਾਨੂੰ ਅਕਾਲ ਪੁਰਖ ਦਾ ਭਰੋਸਾ ਨਹੀਂ ਦਿਵਾਉਂਦੀ, ਇੱਕ ਪਰਮਾਤਮਾ ਬਾਰੇ ਗਿਆਨ ਨਹੀਂ ਦਿੰਦੀ, ਉਸ ਤੋਂ ਦੂਰ ਕਰਨਾ ਕਰਦੀ ਹੈ। ਸੁਭਾਵਿਕ ਗੱਲ ਹੈ, ਇਸ ਦੇ ਅੰਦਰ ਸੰਸਾਰਕ ਮਾਇਆ ਵੀ ਆਵੇਗੀ। ਨਾਲ ਦੀ ਨਾਲ ਕਾਮ, ਕ੍ਰੋਧ, ਲੋਭ, ਨਿੰਦਿਆ, ਚੁਗਲੀ, ਇਹ ਸਭਨਾਂ ਨੂੰ ਮਹਾਰਾਜ ਜੀ ਨੇ ਮਾਇਆ ਆਖਿਆ ਹੈ। ਮਾਇਆ, ਮਮਤਾ, ਮੋਹਣੀ। ਸੰਸਾਰ ਦੇ ਅੰਦਰ ਸਾਡਾ ਪਰਿਵਾਰ ਹੈ, ਸੰਸਾਰਿਕ ਪਰਿਵਾਰ ਹੈ, ਮਾਤਾ ਹੈ, ਪਿਤਾ ਹੈ, ਭੈਣ ਹੈ, ਭਰਾ ਹੈ, ਪਤਨੀ ਹੈ, ਬੱਚੇ ਹਨ, ਇੱਕ ਮਮਤਾ ਵੀ ਹੈ। ਮਹਾਰਾਜ ਜੀ ਨੇ ਅਸੀਂ ਜ਼ਿਆਦਾਤਰ ਕੀ ਹੋ ਜਾਂਦਾ ਹੈ ਕਿ ਉਹ ਮਮਤਾ ਦੇ ਰੁਝੇਵਿਆਂ ਦੇ ਨਾਲ ਵੀ ਅਸੀਂ ਪਰਮਾਤਮਾ ਤੋਂ ਦੂਰ ਹੋ ਜਾਂਦੇ ਹਾਂ, ਕਿਉਂਕਿ ਉਹ ਮਮਤਾ ਦੇ ਰੁਝੇਵਿਆਂ ਦੇ ਨਾਲ ਅਸੀਂ ਜਦੋਂ ਕਿਰਤ ਕਰਨ ਸੰਸਾਰ ਦੇ ਵਿੱਚ ਚੱਲਦੇ ਹਾਂ ਨਾ, ਸਾਡੇ ਅੰਦਰ ਇੱਕ ਲਾਲਸਾ ਆ ਜਾਂਦੀ ਹੈ, ਇੱਕ ਲਾਲਚ ਆ ਜਾਂਦਾ ਹੈ। ਲਾਲਚ ਕਿਹੜਾ ਹੁੰਦਾ ਹੈ ਕਿ ਮੈਂ ਦਿਨ ਰਾਤ ਮਾਇਆ ਦੇ ਪਿੱਛੇ ਮਾਇਆ ਹੀ ਕਮਾਉਂਦਾ ਰਵਾਂ, ਤੇ ਅਕਾਲ ਪੁਰਖ ਨੂੰ ਅਸੀਂ ਵਿਸਾਰ ਦਿੰਨੇ ਹਾਂ। ਅਸੀਂ ਗੁਰੂ ਨਾਨਕ ਸਾਹਿਬ ਦੀ ਦਿੱਤੀ ਹੋਈ ਜਿਹੜੀ ਡੈਫੀਨੇਸ਼ਨ ਹੈ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਉਸ ਨੂੰ ਅਸੀਂ ਵਿਸਾਰ ਦਿੰਨੇ ਹਾਂ। ਕਿਰਤ ਕਰਨੀ ਹੈ, ਸੱਚੇ ਮਨ ਦੇ ਨਾਲ ਕਰਨੀ ਹੈ, ਤੇ ਮਨ ਦੇ ਅੰਦਰ ਸੰਤੋਖ ਰੱਖ ਕੇ ਕਿਰਤ ਕਰਨੀ ਹੈ। ਕਦੀ ਵੀ ਕਿਰਤ ਨੂੰ ਲਾਲਚ ਨਹੀਂ ਅਸੀਂ ਬਣਾਉਣਾ। ਜਦੋਂ ਉਹ ਲਾਲਚ ਬਣਦੀ ਹੈ ਨਾ, ਫਿਰ ਅਸੀਂ ਉਸ ਅਕਾਲ ਪੁਰਖ ਨੂੰ ਵਿਸਾਰਨਾ ਸ਼ੁਰੂ ਕਰ ਦਿੰਦੇ ਹਾਂ। ਉਹ ਕਿਰਤ ਵੀ ਜਿਹੜੀ ਸਾਨੂੰ ਮਿਲੀ ਹੁੰਦੀ ਹੈ, ਉਹ ਪਰਮਾਤਮਾ ਦੀ ਵਡਿਆਈ ਦੇ ਨਾਲ ਹੀ ਮਿਲੀ ਹੁੰਦੀ ਹੈ। ਹੁਣ ਮਾਇਆ ਦੀ ਜਿਹੜੀ ਡੈਫੀਨੇਸ਼ਨ ਹੈ ਨਾ, ਕਿ ਸੰਸਾਰ ਦੇ ਵਿੱਚ ਸਾਰੀਆਂ ਉਹ ਵਸਤੂਆਂ ਜਿਹੜੀਆਂ ਤੁਹਾਨੂੰ ਉਸ ਇੱਕ ਅਕਾਲ ਪੁਰਖ ਤੋਂ ਦੂਰ ਕਰਦੀਆਂ ਹਨ, ਪਰਮਾਤਮਾ ਤੋਂ ਦੂਰ ਕਰਦੀਆਂ ਹਨ, ਉਸ ਬਾਰੇ ਇਹ ਮਾਇਆ ਦਾ ਜ਼ਿਕਰ ਹੋਇਆ ਹੈ। ਮਾਇਆ, ਮਮਤਾ, ਮੋਹਣੀ, ਜਿਨ ਬਿਨ ਦੰਤਾ ਜਗ ਖਾਇਆ। ਮਹਾਰਾਜ ਜੀ ਕਹਿੰਦੇ ਹਨ ਕਿ ਇਹ ਜਿਹੜੀ ਮਾਇਆ ਹੈ ਨਾ, ਇੱਕ ਐਸੀ ਸ਼ੈ ਹੈ ਜਿਸ ਨੇ ਸਾਰੇ ਸੰਸਾਰ ਨੂੰ ਬਿਨਾਂ ਦੰਦਾਂ ਤੋਂ ਹੀ ਨਿਗਲ ਲਿਆ ਹੈ। ਇਹ ਗੱਲ ਸੱਚੀ ਹੈ। ਆਪਣੇ ਸੰਸਾਰ ਦੇ ਵਿੱਚ ਆਲੇ ਦੁਆਲੇ ਦੇਖੋ, ਕਿੰਨੇ ਕੁ ਲੋਕੀ ਸੁਖੀ ਹਨ ਤੇ ਕਿੰਨੇ ਜ਼ਿਆਦਾ ਲੋਕੀ ਦੁਖੀ ਹਨ। ਤੁਹਾਨੂੰ ਬਹੁਤਾਤ ਦੇ ਵਿੱਚ ਲੋਕੀ ਦੁਖੀ ਹੀ ਮਿਲਣਗੇ, ਕਿਉਂਕਿ ਇਹ ਮਾਇਆ ਦਾ ਜਿਹੜਾ ਪ੍ਰਭਾਵ ਹੈ ਨਾ, ਇਹ ਬੜਾ ਬੇਅੰਤ ਹੈ। ਇਸ ਤੋਂ ਅਸੀਂ ਬਚਣਾ ਕਿਸ ਤਰ੍ਹਾਂ ਹੈ, ਇਹਨਾਂ ਸ਼ਬਦਾਂ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਅੱਜ ਸਾਨੂੰ ਦੱਸਿਆ ਹੈ। ਮਾਇਆ, ਮਮਤਾ, ਮੋਹਣੀ, ਜਿਨ ਬਿਨ ਦੰਤਾ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਇਸ ਮਾਇਆ ਦੇ ਅੰਦਰ ਮਹਾਰਾਜ ਜੀ ਕਹਿੰਦੇ ਹਨ ਕਿ ਕੌਣ ਗਰਸੇ ਹਨ ਤੇ ਕੌਣ ਨਹੀਂ ਗਰਸੇ। ਮਨਮੁਖ ਖਾਧੇ ਗੁਰਮੁਖ ਉਬਰੇ, ਜਿਨੇ ਸੱਚ ਨਾਮ ਚਿਤ ਲਾਇਆ। ਮਨਮੁਖ ਕੌਣ ਹਨ ਤੇ ਗੁਰਮੁਖ ਕੌਣ ਹਨ? ਮਨਮੁਖ ਉਹ ਹਨ ਜਿਹੜੇ ਪਰਮਾਤਮਾ ਨੂੰ ਨਹੀਂ ਸਮਝਣਾ ਚਾਹੁੰਦੇ, ਪਰਮਾਤਮਾ ਦੇ ਗੁਣਾਂ ਨੂੰ ਆਪਣੇ ਹਿਰਦੇ ਦੇ ਵਿੱਚ ਨਹੀਂ ਵਸਾਉਂਦੇ, ਤੇ ਗੁਰਮੁਖ ਉਹ ਹਨ ਜਿਹੜੇ ਚੱਲਦੇ ਹੀ ਪਰਮਾਤਮਾ ਦੇ ਗੁਣਾਂ ਦੇ ਨਾਲ ਹਨ, ਜਿਹੜੇ ਸੱਚ ਦੇ ਮਾਰਗ ਤੇ ਚੱਲਦੇ ਹਨ, ਗੁਰਬਾਣੀ ਨੂੰ ਪੜ੍ਹ ਕਰਕੇ ਉਸ ਦੇ ਅਕੋਰਡਿੰਗਲੀ ਚੱਲਦੇ ਹਨ, ਕਿਉਂਕਿ ਉਹਨਾਂ ਨੇ ਸੱਚੇ ਨਾਮ ਦੇ ਨਾਲ ਚਿੱਤ ਲਾਇਆ ਹੈ। ਮਨਮੁਖ ਖਾਧੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿੱਤ ਲਾਇਆ। ਮਨਮੁਖ ਇਸ ਮਾਇਆ ਦੇ ਜਾਲ ਦੇ ਵਿੱਚ ਗਰਸੇ ਜਾਂਦੇ ਹਨ, ਤੇ ਜਿਹੜੇ ਗੁਰਮੁਖ ਹੁੰਦੇ ਹਨ, ਉਹ ਜਿਹੜੇ ਹੁੰਦੇ ਹਨ, ਉਹ ਉੱਭਰ ਕੇ ਸੰਸਾਰ ਦੇ ਵਿੱਚ ਅਕੋਰਡਿੰਗ ਟੂ ਪਰਮਾਤਮਾ ਦੇ ਗੁਣਾਂ ਦੇ ਨਾਲ ਚੱਲਦੇ ਹਨ, ਕਿਉਂਕਿ ਉਹਨਾਂ ਦੇ ਕੋਲ ਸੱਚ ਦਾ ਮਾਰਗ ਹੈ, ਪਰਮਾਤਮਾ ਦੇ ਗੁਣ ਹਨ, ਤੇ ਗੁਰਮੁਖ ਅਖਵਾਉਂਦੇ ਹਨ ਜਦੋਂ ਉਹ ਗੁਰਬਾਣੀ ਦੇ ਆਧਾਰ ਤੇ ਆਪਣਾ ਜੀਵਨ ਚਲਾਉਣਾ ਕਰਦੇ ਹਨ। ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਮਹਾਰਾਜ ਜੀ ਕਹਿੰਦੇ ਹਨ ਕਿ ਸਤਿਗੁਰੂ ਦੇ ਸਨਮੁਖ ਹੋ ਕੇ ਇਹ ਦਿਸ ਪੈਂਦਾ ਹੈ, ਸੱਚ ਦੇ ਸਨਮੁਖ ਹੋ ਕੇ, ਗੁਰਬਾਣੀ ਦੇ ਸਨਮੁਖ ਹੋ ਕਰਕੇ, ਗੁਰਬਾਣੀ ਪੜ੍ਹ ਕਰਕੇ ਸਾਨੂੰ ਇਹ ਸਮਝ ਪੈਂਦਾ ਹੈ ਕਿ ਸੰਸਾਰ ਨਾਮ ਤੋਂ ਬਿਨਾਂ, ਪਰਮਾਤਮਾ ਦੇ ਨਾਮ ਤੋਂ ਬਿਨਾਂ ਇਦਾਂ ਦਿਸਦਾ ਹੈ ਜਿਵੇਂ ਉਹ ਕਮਲਾ ਹੋਇਆ ਫਿਰਦਾ ਹੈ। ਧੰਦਾ ਕਰਤਿਆ ਨਿਹਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਧੰਦਾ ਕਰਤਿਆਂ ਨਿਹਫਲ ਜਨਮ ਗਵਾਇਆ। ਮਹਾਰਾਜ ਜੀ ਨੇ ਬੜੀਆਂ ਸਰਲ ਸ਼ਬਦ ਲਏ ਹਨ ਜਿਹੜੇ ਸਾਨੂੰ ਸਮਝ ਵੀ ਆਉਣ।
ਘਟਣ ਦਿੱਤੇ। ਉਹਨਾਂ ਨੇ ਝੂਠ ਨੂੰ ਮੰਨਣ ਤੋਂ ਇਨਕਾਰ ਕੀਤਾ ਸੀ। ਸਿਰਫ 25 ਸਾਲ ਦੀ ਉਹਨਾਂ ਦੀ ਉਮਰ ਸੀ। ਭਾਈ ਤਾਰੂ ਸਿੰਘ ਜੀ ਨੌਜਵਾਨ ਸਿੱਖ ਨੌਜਵਾਨ ਸਨ। ਆਪਣੇ ਪੂਲੇ ਪਿੰਡ ਦੇ ਅੰਦਰ ਉਹਨਾਂ ਦਾ ਜਨਮ ਹੁੰਦਾ ਹੈ। ਉਸ ਪਿੰਡ ਦੇ ਅੰਦਰ ਥੋੜਾ ਜਿਹਾ ਆਪਾਂ ਨਾ ਇਤਿਹਾਸ ਨੂੰ ਇਦਾਂ ਦੇਖਦੇ ਹਾਂ ਕਿ 1707 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋਤੀ ਜੋਤ ਸਮਾਉਂਦੇ ਹਨ। ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੋਲ ਆਉਂਦੀ ਹੈ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਚੱਲਦਾ ਹੈ। 1716 ਤੱਕ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਹੁੰਦਾ ਹੈ। 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੁੰਦੀ ਹੈ ਤੇ 1716 ਨੂੰ ਭਾਈ ਤਾਰੂ ਸਿੰਘ ਜੀ ਦਾ ਜਨਮ ਹੁੰਦਾ ਹੈ ਭੁੱਲਾ ਪਿੰਡ ਵਿਖੇ। ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਤੋਂ ਬਾਅਦ ਨਾ ਜਿਹੜਾ ਮੁਗਲ ਸ਼ਾਸਕ ਸੀ, ਮੁਗਲ ਸਾਮਰਾਜ ਸੀ, ਉਹਦੀ ਗਿਣਤੀ ਸੀ ਜਿਹੜੀ ਵੱਧ ਗਈ। ਹਰੇਕ ਸੂਬੇ ਦੇ ਅੰਦਰ ਜਿਹੜੇ ਮੇਨ ਸੂਬੇ ਸਨ ਹਿੰਦੁਸਤਾਨ ਦੇ, ਉਹਨਾਂ ਦੇ ਉੱਤੇ ਮੁਗਲ ਸਾਮਰਾਜ ਜਿਹੜਾ ਸੀ ਉਹ ਕਾਬਜ ਹੋ ਗਿਆ। ਇੱਕ ਸਮਾਂ ਐਸਾ ਵੀ ਆਇਆ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਵੀ ਮੁਗਲ ਸਾਮਰਾਜ ਨੇ ਆਪਣਾ ਜਿਹੜਾ ਸੀ ਸਾਮਰਾਜ ਉੱਥੇ ਜਮਾ ਲਿਆ। ਮੈਂ ਗੱਲ ਕਰ ਰਿਹਾ ਮੱਸੇ ਰੰਗੜ ਦੀ, ਜਿਹੜਾ ਉਹ ਕੰਜਰੀਆਂ ਦਾ ਨਾਚ ਹਰਮੰਦਰ ਸਾਹਿਬ ਵਿਖੇ ਕਰਾਉਂਦਾ ਸੀ। ਜਿਹੜੇ ਗਿਣਤੀ ਦੇ ਸਿੱਖ ਸਨ ਉਦੋਂ ਮੁਗਲ ਸਾਮਰਾਜ ਇੰਨਾ ਜ਼ਿਆਦਾ ਡਰ ਗਿਆ ਸੀ ਨਾ, ਉਹਨੇ ਕੀ ਕੀਤਾ, ਮੁਗਲ ਸਾਮਰਾਜ ਨੇ ਇੱਕ ਹਕੂਮਤ ਦਿੱਤੀ, ਇੱਕ ਢੰਡੋਰਾ ਪਿਟਾਇਆ, ਇੱਕ ਐਸੇ ਹੁਕਮ ਲਾਏ ਕਿ ਕੋਈ ਵੀ ਸਿੱਖ ਕਿਤੇ ਵੀ ਮਿਲੇ ਉਹਨਾਂ ਦੇ ਸਿਰਾਂ ਦਾ ਮੁੱਲ ਦਿੱਤਾ ਜਾਵੇਗਾ। ਕੋਈ ਵੀ ਸਿੱਖ ਨੂੰ ਫੜ ਕੇ ਲਿਆਵੇ ਉਹਨੂੰ ਉਸ ਦਾ ਮੁੱਲ ਦਿੱਤਾ ਜਾਵੇਗਾ। ਕੋਈ ਕਿਸੇ ਸਿੱਖ ਦੀ ਸੂਹ ਦੇਵੇ ਉਸ ਨੂੰ ਉਸ ਦਾ ਮੁੱਲ ਦਿੱਤਾ ਜਾਵੇਗਾ। ਸੋ ਇਹਨਾਂ ਕਾਰਨਾਂ ਕਰਕੇ ਜਿਹੜੇ ਸੱਚੇ ਸਿੱਖ ਸਨ ਉਹ ਜੰਗਲਾਂ ਦੇ ਵਿੱਚ ਬਹੁਤਾਤ ਨਾਲ ਰਹਿਣ ਲੱਗੇ। ਤੇ ਭਾਈ ਤਾਰੂ ਸਿੰਘ ਜੀ ਉਹਨਾਂ ਦੇ ਪਿਤਾ ਜੀ ਪਹਿਲਾਂ ਅਕਾਲ ਚਲਾਣਾ ਕਰ ਗਏ, ਗੁਰਸਿੱਖੀ ਜੀਵਨ ਨਿਭਾਉਂਦਿਆਂ। ਉਹਨਾਂ ਦੇ ਮਾਤਾ ਜੀ ਸਨ ਤੇ ਉਹਨਾਂ ਦੀ ਇੱਕ ਭੈਣ ਸੀ। ਸਮੁੱਚਾ ਪਰਿਵਾਰ ਖੇਤੀਬਾੜੀ ਕਰਦਾ, ਕਿਰਤਕਾਰ ਕਰਦਾ। ਸਿਰਫ ਤੇ ਸਿਰਫ ਸੰਤੋਖ ਨਾਲ ਜਿੰਨੀ ਕਿਰਤ ਦੀ ਲੋੜ ਉਨੀ ਕਿਰਤ ਕਰਦੇ। ਬਾਕੀ ਸਾਰੀ ਜਿਹੜੀ ਸੇਵਾ ਕਰਨੀ ਉਹਨਾਂ ਨੇ ਉਹ ਗੁਰਸਿੱਖਾਂ ਦੀ ਸੇਵਾ ਕਰਦੇ, ਜੰਗਲਾਂ 'ਚ ਪ੍ਰਸ਼ਾਦਾ ਪਾਣੀ ਲਿਜਾ ਕਰਕੇ ਸਿੱਖਾਂ ਨੂੰ ਛਕਾਉਂਦੇ। ਇਸ ਗੱਲ ਦੀ ਖਬਰ ਜਿਹੜੀ ਲਾਹੌਰ ਦੇ ਉੱਤੇ ਉਦੋਂ ਹਕੂਮਤ ਜ਼ਕਰੀਆ ਖਾਂ ਦੀ ਸੀ। ਜ਼ਕਰੀਆ ਖਾਂ ਨੂੰ ਕਿਸੇ ਨੇ ਇਸ ਗੱਲ ਦੀ ਸੂਹ ਦੇ ਦਿੱਤੀ, ਕਿਉਂਕਿ ਉਦੋਂ ਸੂਹ ਦੇਣ ਦਾ ਵੀ ਮੁੱਲ ਮਿਲਦਾ ਹੁੰਦਾ ਸੀ। ਪਰ ਭਾਈ ਤਾਰੂ ਸਿੰਘ ਜੀ ਇੱਕ ਸੱਚੇ ਗੁਰਸਿੱਖ ਸਨ। ਉਹਨਾਂ ਨੇ ਆਖਿਆ ਕਿ ਮੈਂ ਕੋਈ ਗਲਤ ਨਹੀਂ ਕਰਦਾ, ਮੈਂ ਉਸ ਪਰਮਾਤਮਾ ਦੇ ਸੱਚੇ ਨਾਮ ਦੀ ਵਡਿਆਈ ਕਰਦਾ ਹਾਂ, ਮੈਂ ਉਸ ਗੁਰੂ ਦਾ ਸਿੱਖ ਹਾਂ। ਮੈਂ ਹਮੇਸ਼ਾ ਹੀ ਆਪਣੀ ਕਿਰਤ ਹੈ ਜਿਹੜੀ ਉਹ ਸੱਚੀ ਕਰਾਂਗਾ। ਮੈਂ ਹਮੇਸ਼ਾ ਹੀ ਆਪਣੇ ਭਰਾਵਾਂ ਨੂੰ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਂਦਾ ਰਵਾਂਗਾ, ਕਿਉਂਕਿ ਇਹਦੇ ਵਿੱਚ ਕੁਝ ਗਲਤ ਨਹੀਂ ਹੈ। ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕਰਨ ਦੇ ਹੁਕਮ ਦਿੱਤੇ ਗਏ ਲਾਹੌਰ ਵਿਖੇ ਜਦੋਂ ਫੜ ਕਰਕੇ ਲੈ ਗਏ ਸਨ। ਹੁਣ ਤੁਸੀਂ ਦੇਖਿਓ ਭਾਈ ਤਾਰੂ ਸਿੰਘ ਜੀ ਨੂੰ ਬੰਨਣ ਲੱਗੇ, ਬੰਨ ਕਰਕੇ ਨਾ ਬਿਠਾਉਣ ਲੱਗੇ। ਸਭ ਤੋਂ ਪਹਿਲਾਂ ਉਹਨਾਂ ਨੂੰ ਚਰਖੜੀਆਂ ਤੇ ਵੀ ਚਾੜਿਆ ਗਿਆ। ਇੱਕ ਦਿਨ ਚਰਖੜੀਆਂ ਤੇ ਚਾੜ ਕਰਕੇ ਭਾਈ ਤਾਰੂ ਸਿੰਘ ਜੀ ਦੀ ਹਾਲਤ ਹੈ ਜਿਹੜੀ ਉਹ ਬੇਹੋਸ਼ੀ ਵਾਲੀ ਹੋ ਗਈ। ਅਗਲੇ ਦਿਨ ਤੇ ਫਿਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਕੇ ਫਿਰ ਕਚਹਿਰੀ ਦੇ ਵਿੱਚ ਲਿਜਾ ਕਰਕੇ ਉਹਨਾਂ ਨੂੰ ਇਹ ਹੁਕਮ ਦੇ ਦਿੱਤੇ ਕਿ ਇਹਨਾਂ ਦਾ ਹੁਣ ਖੋਪੜ ਲਾ ਦੇਵੋ। ਇਹ ਤਸ ਤੋਂ ਮਸ ਨਹੀਂ ਹੁੰਦੇ। ਇਹ ਜਿਹੜੇ ਹਨ ਇਹਨਾਂ ਨੇ ਆਪਣਾ ਧਰਮ ਨਹੀਂ ਛੱਡਣਾ ਤੇ ਸਾਡਾ ਜਿਹੜਾ ਮੁਗਲ ਸਾਮਰਾਜ ਹੈ ਨਾ ਇਹ ਇਹਨਾਂ ਤੋਂ ਬਿਨਾਂ ਸਾਡਾ ਪ੍ਰਫੁੱਲਤ ਨਹੀਂ ਹੋਵੇਗਾ। ਜੇ ਇਹ ਸਿੱਖ ਇੱਥੇ ਰਹਿਣਗੇ ਸਾਡਾ ਸਾਮਰਾਜ ਕਦੀ ਵੀ ਅੱਗੇ ਨਹੀਂ ਵਧੇਗਾ। ਇਸ ਡਰ ਦੇ ਕਾਰਨ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕਰਨ ਦੇ ਹੁਕਮ ਹੋਏ। ਭਾਈ ਤਾਰੂ ਸਿੰਘ ਜੀ ਨੂੰ ਬੰਨ ਕਰਕੇ ਜ਼ਮੀਨ ਤੇ ਬਿਠਾਇਆ ਗਿਆ। ਜਦੋਂ ਬਿਠਾਇਆ ਗਿਆ ਉਹਨਾਂ ਦੇ ਹੱਥ ਬੰਨਣ ਲੱਗੇ ਸੀ। ਭਾਈ ਤਾਰੂ ਸਿੰਘ ਜੀ ਨੇ ਆਖਿਆ ਕਿ ਓਏ ਮੁਗਲਾ, ਇਹ ਤੂੰ ਕੀ ਕਰ ਰਿਹਾ ਹੈ? ਮੈਂ ਕੋਈ ਭੇਡ ਬੱਕਰੀ ਨਹੀਂ ਆ ਜੋ ਤੂੰ ਮੈਨੂੰ ਹਲਾਲ ਕਰਨ ਲੱਗਾ ਹੈ। ਮੇਰੇ ਹੱਥ ਕਿਉਂ ਬੰਨ ਰਿਹਾ ਹੈ? ਤੇ ਉਹ ਅੱਗਿਓਂ ਕਹਿੰਦਾ ਕਿ ਤੈਨੂੰ ਦਰਦ ਹੋਵੇਗਾ ਜਦੋਂ ਤੇਰਾ ਖੋਪੜ ਉਤਾਰਿਆ ਜਾਵੇਗਾ, ਤੈਨੂੰ ਅੰਦਰੂਨੀ ਦਰਦ ਹੋਵੇਗਾ ਤੇ ਸਾਡੇ ਕੰਮ ਦੇ ਵਿੱਚ ਤੂੰ ਵਿਘਨ ਪਾਵੇਂਗਾ। ਤੇ ਭਾਈ ਤਾਰੂ ਸਿੰਘ ਜੀ ਨੇ ਆਖਿਆ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੁੱਤਰ ਹਾਂ, ਮੈਂ ਅਕਾਲ ਪੁਰਖ ਦਾ ਸਿੱਖ ਹਾਂ, ਕੋਈ ਭੇਡ ਬੱਕਰੀ ਨਹੀਂ ਆ ਜੋ ਤੂੰ ਮੈਨੂੰ ਹਲਾਲ ਕਰਨ ਲੱਗਾ ਹੈ। ਤੂੰ ਆਪਣਾ ਕੰਮ ਕਰ, ਮੈਂ ਆਪਣਾ ਕੰਮ ਕਰਦਾ ਹਾਂ। ਚੌਂਕੜਾ ਮਾਰ ਕੇ ਗੁਰਬਾਣੀ ਦਾ ਪਾਠ ਕਰਨ ਲੱਗ ਪਏ। ਉਧਰ ਜਿਹੜਾ ਮੁਗਲ ਸੀ ਜਿਸਨੇ ਖੋਪੜ ਲਾਉਣਾ ਸੀ ਉਸਨੇ ਰੰਬੀ ਫੜ ਕੇ ਭਾਈ ਤਾਰੂ ਸਿੰਘ ਜੀ ਦੇ ਸਿਰ ਦੇ ਵਿੱਚ ਰੰਬੀ ਖੁਬੋ ਕਰਕੇ ਉਹਨਾਂ ਦਾ ਖੋਪੜ ਲਾ ਦਿੱਤਾ। ਤੇ ਭਾਈ ਤਾਰੂ ਸਿੰਘ ਜੀ ਅਭੇਦ ਹੋਏ ਪ੍ਰਮਾਤਮਾ ਦੇ ਅੰਦਰ ਗੁਰਬਾਣੀ ਦਾ ਪਾਠ ਕਰਦੇ ਰਹੇ।
ਇੱਕ ਸੀ ਤੱਕ ਨਹੀਂ ਉਹਨਾਂ ਦੇ ਚਿਹਰੇ ਤੋਂ, ਮੁਖ ਤੋਂ ਨਿਕਲੀ। ਗੱਲ ਨੂੰ ਹੁਣ ਸਮਝਣਾ ਹੈ, ਝੂਠ ਨੂੰ, ਕਿਉਂਕਿ ਉੱਥੇ ਉਹਨਾਂ ਦੀ ਜਿੱਤ ਹੋ ਰਹੀ ਹੈ, ਹਾਰ ਨਹੀਂ ਹੋ ਰਹੀ। ਉੱਥੇ ਝੂਠ ਦੇ ਉੱਤੇ ਸੱਚ ਦੀ ਜਿੱਤ ਹੋ ਰਹੀ ਹੈ। ਭਾਈ ਤਾਰੂ ਸਿੰਘ ਜੀ ਨੇ ਕੁਝ ਗਲਤ ਨਹੀਂ ਸੀ ਕੀਤਾ, ਸੱਚ ਦੇ ਰਾਹ ਤੇ ਚੱਲੇ ਸਨ। ਗੁਰਬਾਣੀ ਦੀ ਟੇਕ ਲੈ ਕੇ ਕਰਕੇ ਗੁਰਬਾਣੀ ਦੇ ਅਰਥਾਂ ਦੇ ਅਕੋਰਡਿੰਗਲੀ ਆਪਣੇ ਜੀਵਨ ਨੂੰ ਜੀ ਰਹੇ ਸਨ। ਇਹੀ ਗੱਲ ਹੈ ਅੱਜ ਦੇ ਇਹਨਾਂ ਸ਼ਬਦਾਂ ਦੇ ਅੰਦਰ ਵੀ ਮਹਾਰਾਜ ਜੀ ਇਹੀ ਦੱਸਣਾ ਚਾਹੁੰਦੇ ਹਨ। ਅਸੀਂ ਕੀ ਕਰ ਰਹੇ ਹਾਂ? ਧੰਦਾ ਕਰਦੇ ਹਾਂ, ਨਿਹਫਲ ਜਨ ਕਮਾਇਆ। ਹੁਣ ਧੰਦਾ ਸੀ ਜਿਹੜਾ ਭਾਈ ਤਾਰੂ ਸਿੰਘ ਜੀ ਵੀ ਕਰਦੇ ਸਨ, ਖੇਤੀਬਾੜੀ ਕਰਦੇ ਸਨ, ਕਿਰਤਕਾਰ ਕਰਦੇ ਸਨ, ਪਰ ਨਾਲ ਦੀ ਨਾਲ ਉਸ ਅਕਾਲ ਪੁਰਖ ਦੀ ਮਹਿਮਾ ਦਾ ਗਾਇਨ ਵੀ ਕਰਦੇ ਸਨ, ਗੁਰਬਾਣੀ ਦਾ ਪ੍ਰਚਾਰ ਵੀ ਕਰਦੇ ਸਨ, ਆਇਆ ਗਿਆ ਦੀ ਸੇਵਾ ਕਰਦੇ ਸਨ। ਮਨ ਦੇ ਅੰਦਰ ਉਹਨਾਂ ਦੇ ਇੱਕ ਪੇਸ਼ੈਂਸ ਸੀ, ਇੱਕ ਨਿਮਰਤਾ ਸੀ, ਇੱਕ ਚੜ੍ਹਦੀ ਕਲਾ ਵਾਲਾ ਜੀਵਨ ਸੀ। ਆਪਾਂ ਮਹਾਰਾਜ ਜੀ ਤੋਂ ਮੰਗਦੇ ਆ ਨਾ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਇਹ ਕਿੱਦਾਂ ਪ੍ਰਾਪਤ ਹੋਣਾ ਹੈ? ਇਹ ਇਸੇ ਤਰ੍ਹਾਂ ਹੀ ਪ੍ਰਾਪਤ ਹੋਣਾ ਹੈ, ਗੁਰਬਾਣੀ ਨੂੰ ਸਮਝ ਕਰਕੇ, ਪੜ੍ਹ ਕਰਕੇ। ਮਨਮੁਖ ਖਾਧੇ ਗੁਰਮੁਖ ਉਭਰੇ। ਅਸੀਂ ਇਹੀ ਵੇਖਣਾ ਹੈ ਕਿ ਅਸੀਂ ਮਨਮੁਖਾਂ ਵਾਲੀ ਲਾਈਨ ਦੇ ਵਿੱਚ ਤਾਂ ਨਹੀਂ ਖਲੋਤੇ। ਅਸੀਂ ਗੁਰਮੁਖ ਬਣਨਾ ਹੈ, ਅਸੀਂ ਗੁਰਸਿੱਖ ਬਣਨਾ ਹੈ। ਸਾਡੀ ਅੱਜ ਦੀ ਅਜੋਕਾ ਹਾਲਤ ਪਤਾ ਕੀ ਹੈ? 10 ਵਸਤੂ ਲੈ ਪਾਛੇ ਪਾਵੇ, ਏਕ ਵਸਤ ਕਾਰਨ ਬਿਖੋਟ ਗਵਾਵੇ। ਇਹਦਾ ਅਰਥ ਹੈ 10 ਚੀਜ਼ਾਂ ਸਾਨੂੰ ਪਰਮਾਤਮਾ ਤੋਂ ਮਿਲੀਆਂ ਹੋਈਆਂ, ਉਹਦਾ ਕੋਈ ਵਰਨਰ ਨਹੀਂ, ਉਹਦਾ ਕੋਈ ਸ਼ੁਕਰਾਨਾ ਨਹੀਂ। ਏਕ ਵਸਤ ਕਾਰਨ ਬਿਖੋਟ ਗਵਾਵੇ। ਤੇ ਜਿਹੜੀ ਇੱਕ ਚੀਜ਼ ਸਾਡੇ ਮਨ ਦੇ ਅੰਦਰ ਹੈ, ਸਾਨੂੰ ਮਿਲਦੀ ਨਹੀਂ ਪਈ, ਅਸੀਂ ਉਸ ਨਾਲ ਪਰਮਾਤਮਾ ਨੂੰ ਕੋਸਣ ਲੱਗ ਪੈਂਦੇ ਆ। ਤੇ 10 ਚੀਜ਼ਾਂ ਜਿਹੜੀਆਂ ਮਿਲੀਆਂ, ਉਹਦਾ ਕੋਈ ਸ਼ੁਕਰਾਨੇ ਦਾ ਵਰਣਨ ਨਹੀਂ ਕਰਨਾ। ਇਹ ਸਾਡੀ ਅੱਜ ਦੀ ਅਜੋਕੀ ਅਵਸਥਾ ਹੈ। ਸ਼ੁਕਰਾਨਾ ਕਰੋ, ਹਰ ਪੈਰ ਸ਼ੁਕਰਾਨਾ ਕਰੋ, ਅਰਦਾਸ ਕਰੋ, ਮਹਾਰਾਜ ਜੀ ਤੋਂ ਦਾਨ ਮੰਗੋ, ਵਿਵੇਕ ਮੰਗੋ, ਬੁੱਧ ਮੰਗੋ, ਰਹਿਤ ਮੰਗੋ, ਚੜ੍ਹਦੀ ਕਲਾ ਵਾਲਾ ਜੀਵਨ ਮੰਗੋ। ਜੇ ਜੁਗ ਚਾਰੇ ਆਰਜਾ ਹੋਰਦ ਸੁਣੀ ਹੋਏ, ਨਵਾਂ ਖੰਡਾ ਵਿੱਚ ਜਾਣੀਏ, ਨਾਲ ਚੱਲੇ ਸਭ ਕੋਏ। ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ। ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ। ਮਹਾਰਾਜ ਜੀ ਕਹਿੰਦੇ ਹਨ ਕਿ ਜੇ ਤੇਰੀ ਉਮਰ, ਜੇ ਜੁਗ ਚਾਰੇ ਆਰਜਾ ਹੋਰਦ ਸੁਣੀ ਹੋਏ, ਉਮਰ ਤੇਰੀ ਬੇਅੰਤ ਹੋ ਜਾਵੇ, ਚੜ੍ਹਦੀ ਕਲਾ ਦੇ ਵਿੱਚ ਤੂੰ ਹੋ ਜਾਵੇ, ਸੰਸਾਰ ਦੀਆਂ ਸਾਰੀਆਂ ਨਾਮ ਵਰਨ ਤਾਕਤਾਂ ਤੇਰੇ ਕੋਲ ਹੋਣ, ਤੂੰ ਚੰਗਾ ਪੈਸੇ ਵਾਲਾ ਹੋਵੇਂ, ਧਨੀ ਹੋਵੇਂ, ਤੇਰੀ ਪੁੱਛ ਗਿੱਛ ਹੋਵੇ, ਪਰ ਜੇ ਤੂੰ ਪਰਮਾਤਮਾ ਨੂੰ ਨਹੀਂ ਧਿਆਉਣਾ ਪਿਆ, ਜੇ ਤੂੰ ਪਰਮਾਤਮਾ ਨੂੰ ਨਹੀਂ ਸਮਝਦਾ ਪਿਆ, ਤਾਂ ਤੇਰੀ ਹਾਲਤ ਬਹੁਤ ਮਾੜੀ ਹੈ। ਤੇਰੀ ਹਾਲਤ ਬਿਆਨ ਨਹੀਂ ਕੀਤੀ ਜਾ ਸਕਦੀ। ਪਰਮਾਤਮਾ ਦੇ ਨਾਮ ਦੇ ਨਾਲ ਹੀ ਸਭ ਤੋਂ ਵੱਡੀ ਕਮਾਈ ਹੈ। ਪਰਮਾਤਮਾ ਦੇ ਨਾਮ ਨੂੰ ਕਮਾਉਣਾ ਹੀ ਸਭ ਤੋਂ ਉੱਚੀ ਤੇ ਸੱਚੀ ਕਮਾਈ ਹੈ। ਹੁਣ ਕਿਰਪਾ ਕਰਕੇ ਸ਼ਬਦ ਨੂੰ ਮਨ ਦੇ ਵਿੱਚ ਵਸਾਉਣਾ ਕਰੀਏ। ਧੰਦਾ ਕਰਦਿਆਂ ਨਿਹਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਮਹਾਰਾਜ ਜੀ ਕਹਿੰਦੇ ਹਨ ਸੰਸਾਰ ਦੇ ਅੰਦਰ ਮਾਇਆ ਦੇ ਪਿੱਛੇ ਅਸੀਂ ਧੰਦੇ ਹੀ ਕਰਦੇ ਰਹਿ ਗਏ, ਅਸੀਂ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਨਹੀਂ ਵਸਾਉਣਾ ਕੀਤਾ। ਨਾਨਕ ਨਾਮ ਤਿਨਾ ਕੋ ਮਿਲਿਆ, ਜਿਨ ਕੋ ਧੁਰ ਲਿਖ ਪਾਇਆ। ਨਾਨਕ ਨਾਮ ਤਿਨਾ ਕੋ ਮਿਲਿਆ, ਜਿਨ ਕੋ ਧੁਰ ਲਿਖ ਪਾਇਆ। ਮਹਾਰਾਜ ਜੀ ਕਹਿੰਦੇ ਹਨ ਕਿ ਹੇ ਨਾਨਕ, ਹੇ ਭਾਈ, ਨਾਮ ਪਰਮਾਤਮਾ ਦਾ ਉਹਨਾਂ ਮਨੁੱਖਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਮੁੱਢ ਤੋਂ ਕੀਤੇ ਕਰਮਾਂ ਅਨੁਸਾਰ ਸੰਸਾਰਕ ਰੂਪ ਰੇਖ ਉੱਕਰ ਕੇ ਪ੍ਰਭੂ ਨੇ ਆਪ ਰੱਖੇ ਹੁੰਦੇ ਹਨ। ਪਰਮਾਤਮਾ ਚਾਹਵੇ ਤੁਹਾਨੂੰ ਸਭ ਕੁਝ ਦੇ ਸਕਦਾ ਹੈ। ਸਾਡਾ ਉਦਮ ਗੁਰਸਿੱਖਾਂ ਦੇ ਅੰਦਰ ਆ ਕਰਕੇ, ਗੁਰਸਿੱਖਾਂ ਦੀ ਸੰਗਤ ਦੇ ਕੋਲ ਆ ਕਰਕੇ ਗੁਰਬਾਣੀ ਪੜ੍ਹਨੀ ਹੈ। ਸਾਡਾ ਇਹ ਉਦਮ ਹੈ ਗੁਰਬਾਣੀ ਨੂੰ ਪੜ੍ਹਨਾ। ਜਦੋਂ ਅਸੀਂ ਉਦਮ ਕਰਨਾ ਸ਼ੁਰੂ ਕਰ ਦੇਵਾਂਗੇ, ਪਰਮਾਤਮਾ ਨੇ ਆਪਣੇ ਆਪ ਹੀ ਕਿਰਪਾ ਕਰ ਦੇਣੀ ਹੈ। ਜਲਦੀ ਦੇ ਨਾਲ, ਕਿਰਪਾ ਦੇ ਨਾਲ ਆਪਾਂ ਅਗਲੇ ਭਾਗਾਂ ਨੂੰ ਵੀ, ਸ਼ਬਦ ਨੂੰ ਵੀ ਪੜ੍ਹਨਾ ਕਰੀਏ। 5 ਮਿੰਟ ਆਪਾਂ ਹੋਰ ਲੈਨੇ ਹਾਂ, ਫਿਰ ਆਪਾਂ ਇਸ ਸ਼ਬਦ ਦੀ ਸਮਾਪਤੀ ਕਰ ਦੇਵਾਂਗੇ ਜੀ। ਮਹੱਲਾ ਤੀਜਾ। ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁਖਾ ਸਾਧ ਨਾ ਪਾਇਆ। ਮਹਾਰਾਜ ਜੀ ਕਹਿੰਦੇ ਹਨ ਕਿ ਜਿਹੜਾ ਅੰਮ੍ਰਿਤ ਹੈ, ਪਰਮਾਤਮਾ ਦਾ ਨਾਮ ਹੈ ਨਾ, ਸਭਨਾਂ ਦੇ ਹਿਰਦੇ ਦੇ ਵਿੱਚ ਹੈ, ਪਰ ਸਾਨੂੰ ਦਿਖਦਾ ਨਹੀਂ, ਸਾਨੂੰ ਦੇਖਣਾ ਨਹੀਂ ਆਉਂਦਾ, ਸਾਨੂੰ ਸਮਝਣਾ ਨਹੀਂ ਆਉਂਦਾ। ਜੋ ਕਸਤੂਰੀ ਮਿਰਗ ਨਾ ਜਾਣੈ,
ਭ੍ਰਮ ਦਾ ਭਰਮ ਭੁਲਾਇਆ। ਹੁਣ ਪਹਿਲੇ ਸ਼ਬਦ ਦੇ ਅੰਦਰ ਮਾਇਆ ਮਮਤਾ ਮੋਹਣੀ ਮਹਾਰਾਜ ਜੀ ਨੇ ਸਾਡੇ ਔਗਣਾਂ ਬਾਰੇ ਦੱਸਿਆ ਕਿ ਇਹ ਔਗਣ ਸੰਸਾਰ ਦੇ ਅੰਦਰ ਹਨ, ਕਿਸ ਤਰ੍ਹਾਂ ਇਸ ਤੋਂ ਬਚਣਾ ਹੈ। ਗੁਰੂ ਦੀ ਸਿੱਖਿਆ ਲੈ ਕਰਕੇ ਜੀਵਨ ਨੂੰ ਸੋਹਣਾ ਬਣਾ ਕਰਕੇ ਇਸ ਤੋਂ ਆਪਾਂ ਬਚ ਕੇ ਪਰਮਾਤਮਾ 'ਚ ਭੇਦ ਹੋਣਾ ਹੈ। ਹੁਣ ਪਰਮਾਤਮਾ ਦਾ ਜ਼ਿਕਰ ਮਹਾਰਾਜ ਜੀ ਅਗਲੇ ਸ਼ਬਦ 'ਚ ਕਰ ਰਹੇ ਹਨ ਕਿ ਪਰਮਾਤਮਾ ਬਾਰੇ ਸਾਨੂੰ ਪਤਾ ਕਿਉਂ ਨਹੀਂ ਲੱਗਦਾ, ਅਸੀਂ ਕਿਉਂ ਨਹੀਂ ਇਸ ਨੂੰ ਖੋਜਦੇ। ਹਰੇਕ ਦੇ ਮਨ ਦੇ ਅੰਦਰ, ਹਰੇਕ ਦੇ ਸਰੀਰ ਦੇ ਅੰਦਰ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜੋਤ ਉਸ ਪਰਮਾਤਮਾ ਦੀ ਹਰੇਕ ਇਨਸਾਨ ਦੇ ਅੰਦਰ ਹੈ, ਅਸੀਂ ਨਹੀਂ ਖੋਜਦੇ ਪਏ, ਅਸੀਂ ਨਹੀਂ ਸਮਝਦੇ ਪਏ। ਇਹ ਇਸ ਸ਼ਬਦ ਦੀ ਭਾਵਨਾ ਹੈ। ਮਹਾਰਾਜ ਜੀ ਕਹਿੰਦੇ ਹਨ ਕਿ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾ ਸਾਧ ਨਾ ਪਾਇਆ। ਅਸੀਂ ਮਨਮੁਖ ਹਾਂ, ਅਸੀਂ ਉਸ ਨੂੰ ਸਮਝਣਾ ਨਹੀਂ ਕਰ ਰਹੇ। ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਭੁਲਾਇਆ। ਜਿਵੇਂ ਹਿਰਨ ਨੂੰ ਇਸ ਗੱਲ ਦੀ ਸ਼ੰਕਾ ਨਹੀਂ ਹੁੰਦੀ, ਸਮਝ ਨਹੀਂ ਹੁੰਦੀ ਕਿ ਉਸ ਦੇ ਅੰਦਰ ਇੱਕ ਸੋਹਣੀ ਕਸਤੂਰੀ ਹੁੰਦੀ ਹੈ। ਅੰਮ੍ਰਿਤ ਤਜ ਬਿਖ ਸੰਗ੍ਰਹਿ, ਕਰਤਾ ਆਪ ਖੁਆਇਆ। ਮਹਾਰਾਜ ਜੀ ਕਹਿੰਦੇ ਹਨ ਕਿ ਤਿਵੇਂ ਹੀ ਮਨਮੁਖ ਹੈ ਨਾ ਜਿਹੜਾ, ਉਹ ਨਾਮ ਅੰਮ੍ਰਿਤ ਨੂੰ ਛੱਡ ਕੇ ਸੰਸਾਰ ਦੇ ਪਿੱਛੇ, ਮਾਇਆ ਪਿੱਛੇ ਭਜਦਾ ਫਿਰਦਾ ਹੈ। ਉਸ ਦੇ ਵੀ ਕੀ ਵਸ ਕਰਤਾਰ ਨੇ, ਉਸ ਦੇ ਪਰਮਾਤਮਾ ਨੇ ਉਸ ਦੇ ਪਿਛਲੇ ਕਰਮਾਂ ਦੇ ਅਨੁਸਾਰ ਹੀ ਉਸ ਨੂੰ ਇਹ ਜੀਵਨ ਦਿੱਤਾ ਹੋਇਆ ਹੈ। ਗੁਰਮੁਖ ਵਿਰਲੇ ਸੋਝੀ ਪਈ, ਤਿਨਾ ਅੰਦਰ ਬ੍ਰਹਮ ਦਿਖਾਇਆ। ਗੁਰਮੁਖ ਵਿਰਲੇ ਸੋਝੀ ਪਈ, ਤਿਨਾ ਅੰਦਰ ਬ੍ਰਹਮ ਦਿਖਾਇਆ। ਵਿਰਲੇ ਗੁਰਮੁਖਾਂ ਨੂੰ ਸਮਝ ਪੈਂਦੀ ਹੈ ਕਿ ਉਹਨਾਂ ਨੂੰ ਹਿਰਦੇ ਦੇ ਵਿੱਚ ਪਰਮਾਤਮਾ ਦਿਸ ਪੈਂਦਾ ਹੈ। ਹੁਣ ਇੱਕ ਸਵਾਲ ਇੱਥੇ ਨਿਕਲਦਾ ਹੈ, ਸਵਾਲ ਬੜਾ ਡੂੰਘਾ ਹੈ, ਸ਼ਾਇਦ ਅਸੀਂ ਸਮਝ ਸਕੀਏ, ਕੋਸ਼ਿਸ਼ ਕਰਦੇ ਹਾਂ। ਮਨਮੁਖ ਤੇ ਗੁਰਮੁਖ, ਅਸੀਂ ਇੱਕ ਸਵਾਲ ਖੜਾ ਕਰ ਦਿੰਦੇ ਹਾਂ ਕਿ ਚੰਗੇ ਜਿਹੜੇ ਕਰਮ ਹਨ ਪਰਮਾਤਮਾ ਦੀ ਕਿਰਪਾ ਦੇ ਨਾਲ ਹੁੰਦੇ ਹਨ। ਪਰਮਾਤਮਾ ਕਰਦਾ ਪਿਆ ਹੈ, ਉਸ ਤੇ ਕਿਰਪਾ ਹੋ ਗਈ, ਉਹ ਪਰਮਾਤਮਾ ਵਾਲੇ ਪਾਸੇ ਜੁੜ ਗਿਆ, ਉਸ ਪਰਮਾਤਮਾ ਨੇ ਕਿਰਪਾ ਕੀਤੀ ਹੈ। ਤੇ ਜਿਹੜੇ ਮਨਮੁਖ ਹੁੰਦੇ ਹਨ, ਉਹ ਕੌਣ ਕਰਮ ਕਰਾਉਂਦਾ ਪਿਆ ਹੈ? ਉਸ ਜੇ ਅਸੀਂ ਕਹਿੰਦੇ ਆ ਕਿ ਸਾਰਾ ਸੰਸਾਰ ਉਸ ਪਰਮਾਤਮਾ ਦੇ ਦਾਇਰੇ ਦੇ ਅੰਦਰ ਹੈ, ਇਹ ਸਾਰਾ ਸੰਸਾਰ ਹੀ ਪਰਮਾਤਮਾ ਦਾ ਹੈ, ਤੇ ਜਿਹੜੇ ਮਾੜੇ ਕਰਮ ਹੁੰਦੇ ਪਏ ਹਨ ਉਹ ਕੌਣ ਕਰਦਾ ਪਿਆ ਹੈ? ਉਹ ਵੀ ਪਰਮਾਤਮਾ ਕਰਦਾ ਪਿਆ ਹੈ? ਨਹੀਂ ਗੁਰਸਿੱਖੋ ਵੀਰੋ, ਇਸ ਗੱਲ ਦਾ ਜਿਹੜਾ ਭੇਦ ਹੈ ਨਾ, ਇਸ ਗੱਲ ਦੀ ਜਿਹੜੀ ਸਮਝ ਹੈ ਮਨੁੱਖ ਦੇ ਕੋਲ ਨਹੀਂ ਹੈਗੀ। ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੋੜਿਆ ਹੈ, ਸਾਨੂੰ ਪੋਜ਼ਿਟਿਵ ਦੇ ਨਾਲ ਜੋੜਿਆ ਹੈ, ਨਾ ਕਿ ਨੈਗੇਟਿਵ ਦੇ ਨਾਲ। ਜਿਹੜਾ ਵੀ ਕੋਈ ਚੰਗਾ ਕਰਮ ਹੈ, ਚੰਗਾ ਕੰਮ ਹੈ, ਤੁਹਾਨੂੰ ਖੁਸ਼ੀਆਂ ਮਿਲਦੀਆਂ ਹਨ, ਧੀ ਪੁੱਤ ਮਿਲਦੇ ਹਨ, ਕਾਰੋਬਾਰ ਮਿਲਦੇ ਹਨ, ਸੋਹਣਾ ਜੀਵਨ ਮਿਲਦਾ ਹੈ, ਹਮੇਸ਼ਾ ਪਰਮਾਤਮਾ ਦੇ ਦਰ ਤੇ ਆ ਕਰਕੇ ਸ਼ੁਕਰਾਨਾ ਕਰਨਾ ਹੈ ਤੇ ਕਦੀ ਵੀ ਇਹ ਨਹੀਂ ਕਹਿਣਾ ਕਿ ਇਹ ਮੇਰੇ ਕਰਕੇ ਹੋਇਆ ਹੈ। ਹਮੇਸ਼ਾ ਇਹ ਸ਼ੁਕਰਾਨਾ ਕਰਨਾ ਹੈ ਕਿ ਇਹ ਸੱਚੇ ਪਰਮਾਤਮਾ ਨੇ ਕਿਰਪਾ ਕਰਕੇ ਮੈਨੂੰ ਇਹ ਬਖਸ਼ਿਸ਼ ਦਿੱਤੀ ਹੈ। ਤੇ ਜਿਹੜਾ ਗਲਤ ਕਰਮ ਅਸੀਂ ਕਰਦੇ ਹਾਂ, ਜਿਹੜੀਆਂ ਗਲਤੀਆਂ ਅਸੀਂ ਕਰਦੇ ਹਾਂ ਨਾ, ਕਦੀ ਵੀ ਸਿਹਰਾ ਉਸ ਦਾ ਪਰਮਾਤਮਾ ਦੇ ਸਿਰ ਤੇ ਨਹੀਂ ਰੱਖਣਾ, ਉਹਦਾ ਸਿਹਰਾ ਹਮੇਸ਼ਾ ਆਪਣੇ ਸਿਰ ਤੇ ਰੱਖਣਾ ਹੈ ਕਿ ਉਹ ਗਲਤੀ ਮੈਂ ਕੀਤੀ ਹੈ, ਸੱਚਿਆ ਪਾਤਸ਼ਾਹ ਤੂੰ ਕਿਰਪਾ ਕਰ, ਇਸ ਗਲਤੀ ਤੋਂ ਮੈਨੂੰ ਸਿੱਖਿਆ ਦੇ, ਮੈਂ ਆਪਣੇ ਆਪ ਨੂੰ ਸੁਧਾਰ ਲਵਾਂ। ਇਹ ਗੱਲ ਨੂੰ ਧਿਆਨ ਦੇ ਵਿੱਚ ਰੱਖ ਲਿਓ, ਵੇਖਿਓ ਤੁਹਾਡਾ ਜੀਵਨ ਕਿੱਡਾ ਚੜ੍ਹਦੀ ਕਲਾ ਵਾਲਾ ਹੋ ਜਾਂਦਾ ਹੈ। ਕਿਰਪਾ ਦੇ ਨਾਲ ਤੁਸੀਂ ਚੱਲਣ ਲੱਗ ਪਓ, ਕਿਉਂਕਿ ਪਰਮਾਤਮਾ ਇੱਕ ਸਮੁੰਦਰ ਹੈ, ਇਸ ਨੂੰ ਸਮਝਣਾ, ਸੰਪੂਰਨ ਸਮਝਣਾ ਨਹੀਂ, ਇਹ ਸਾਡੇ ਵੱਸ ਨਹੀਂ। ਅਸੀਂ ਵੀ ਉਸ ਦਾ ਹੀ ਇੱਕ ਹਿੱਸਾ ਵਾਂ, ਪਰਮਾਤਮਾ ਦਾ। ਅਸੀਂ ਇਹਨਾਂ ਗੱਲਾਂ ਨੂੰ ਬਹੁਤ ਡੂੰਘਾਈ ਦੇ ਵਿੱਚ ਜਾ ਕੇ ਖੋਜ ਨਹੀਂ ਸਕਦੇ। ਇਹ ਪੌੜੀ ਦਰ ਪੌੜੀ, ਪੌੜੀ ਦਰ ਪੌੜੀ, ਇਹ ਤੁਹਾਨੂੰ ਸਮਝ ਆਵੇਗਾ। ਤੁਹਾਨੂੰ ਇਹ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਕਿ ਮਾੜੇ ਕਰਮ ਕਿਉਂ ਹੁੰਦੇ ਪਏ, ਚੰਗੇ ਕਰਮ ਕਿਵੇਂ ਹੁੰਦੇ ਪਏ। ਤੁਸੀਂ ਮਾੜੇ ਕਰਮਾਂ ਨੂੰ ਆਪਣੇ ਸਿਰ ਤੇ ਰੱਖੋ, ਚੰਗੇ ਕਰਮਾਂ ਨੂੰ ਪਰਮਾਤਮਾ ਦੇ ਸਿਰ ਤੇ ਰੱਖੋ। ਕਿਰਪਾ ਦੇ ਨਾਲ ਤੁਸੀਂ ਅੱਗੇ ਵਧਣ ਲੱਗ ਪਵੋਗੇ। ਮਹਾਰਾਜ ਜੀ ਇਹੀ ਕਹਿੰਦੇ ਹਨ ਕਿ ਗੁਰਮੁਖ ਵਿਰਲੇ ਸੋਝੀ ਪਈ, ਤਿਨ ਅੰਦਰ ਬ੍ਰਹਮ ਦਿਖਾਇਆ। ਵਿਰਲੇ ਗੁਰਮੁਖਾਂ ਨੂੰ ਹੀ ਸਮਝ ਪੈਂਦੀ ਹੈ ਕਿ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਿਸ ਪੈਂਦਾ ਹੈ। ਤਨ ਮਨ ਸੀਤਲ ਹੋਇਆ, ਰਸਨਾ ਹਰਸਾਦ ਆਇਆ। ਜਦੋਂ ਉਹਨਾਂ ਨੂੰ ਸਮਝ ਪੈਂਦੀ ਹੈ, ਉਹਨਾਂ ਦਾ ਮਨ ਅਤੇ ਸਰੀਰ ਠੰਡੇ ਠਾਰ ਹੋ ਜਾਂਦੇ ਹਨ ਤੇ ਜੀਭ ਨਾਲ ਹਮੇਸ਼ਾ ਹੀ ਉਸ ਪਰਮਾਤਮਾ ਦੀ ਸਿਫਤ ਕਰਦੇ ਹਨ। ਸਬਦੇ ਹੀ ਨਾਉ ਉਪਜੈ, ਸਬਦੇ ਮੇਲ ਮਿਲਾਇਆ। ਸਤਿਗੁਰੂ ਦੇ ਸ਼ਬਦ ਨਾਲ ਹੀ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਉਗਦਾ ਹੈ ਤੇ ਸ਼ਬਦ ਦੇ ਰਾਹੀਂ ਹੀ ਪਰਮਾਤਮਾ ਨੂੰ ਅਸੀਂ ਮਿਲ ਸਕਦੇ ਹਾਂ। ਬਿਨ ਸਬਦੈ
ਸਭ ਜਗ ਬਉਰਾਨਾ, ਬਿਰਥਾ ਜਨਮ ਗਵਾਇਆ। ਸਪਸ਼ਟ ਤੇ ਸੰਪੂਰਨ ਗੱਲ, ਸਭ ਤੋਂ ਵੱਡੀ ਸਚਾਈ, ਬਿਨ ਸ਼ਬਦੇ ਜਗ ਬਉਰਾਨਾ। ਸ਼ਬਦ ਤੋਂ ਬਿਨਾ, ਪ੍ਰਮਾਤਮਾ ਦੇ ਨਾਮ ਤੋਂ ਬਿਨਾ ਅਸੀਂ ਸਾਰੇ ਵਿਅਰਥ ਜੇ, ਅਸੀਂ ਪਾਗਲ ਜੇ। ਇਹ ਗੱਲ ਗੁਰੂ ਮਹਾਰਾਜ ਜੀ ਕਹਿ ਰਹੇ ਆ, ਅਸੀਂ ਨਹੀਂ ਕਹਿ ਰਹੇ। ਜੇ ਅਸੀਂ ਪਰਮਾਤਮਾ ਨੂੰ ਨਹੀਂ ਸਮਝਣਾ ਕਰ ਰਹੇ, ਨਹੀਂ ਧਿਆਉਣਾ ਕਰ ਰਹੇ, ਫਿਰ ਅਸੀਂ ਬੁਰਾਨੇ ਹਾਂ। ਬਿਨ ਸ਼ਬਦੇ ਸਭ ਜਗ ਬੁਰਾਨਾ, ਬਿਰਥਾ ਜਨਮ ਗਵਾਇਆ। ਫਿਰ ਸਾਡਾ ਜਨਮ ਇੱਦਾਂ ਹੀ ਚਲਿਆ ਜਾਣਾ ਹੈ ਜੇ ਅਸੀਂ ਪਰਮਾਤਮਾ ਨੂੰ ਸਮਝਣਾ ਨਹੀਂ ਚਾਹਿਆ, ਚੰਗੇ ਗੁਣਾਂ ਨੂੰ ਹਿਰਦੇ ਦੇ ਵਿੱਚ ਵਸਾਉਣਾ ਨਹੀਂ ਚਾਹਿਆ। ਕੁਝ ਗੱਲਾਂ ਹਨ ਨਾ ਕਿ 84 ਲੱਖ ਜੂਨਾਂ ਚੱਲਦੀਆਂ ਹਨ। ਚਲੋ ਇਸ ਗੱਲ ਦੀ ਸੋਝੀ ਮਨੁੱਖ ਕੋਲ ਨਹੀਂ ਹੈਗੀ ਕਿ ਜੂਨਾਂ 'ਚ ਅਸੀਂ ਜਾਣੇ ਕਿ ਨਹੀਂ ਜਾਣੇ, ਪਰ ਜੇ ਉਸ ਗੱਲ ਨੂੰ ਇੱਕ ਵਾਰੀ ਮੰਨ ਵੀ ਲਈਏ, 84 ਲੱਖ ਜੂਨ ਦੇ ਵਿੱਚੋਂ ਸਭ ਤੋਂ ਉੱਤਮ ਜੂਨ ਜਿਹੜੀ ਹੈ ਮਨੁੱਖ ਦੀ ਹੈ, ਤੇ ਅਸੀਂ ਕਿੰਨਾ ਗੇੜ ਖਤਮ ਕਰਕੇ ਇਸ ਦਰ ਤੇ ਪਹੁੰਚੇ ਆ, ਇਸ ਪੌੜੀ ਤੇ ਪਹੁੰਚੇ ਆ। ਕਿਉਂ ਪਹੁੰਚੇ ਆ? ਕਿ ਮਨੁੱਖ ਦਾ ਜਿਹੜਾ ਦਿਮਾਗ ਹੈ, ਮਨੁੱਖ ਦੇ ਕੋਲ ਹੀ ਸਭ ਤੋਂ ਵੱਧ ਸਮਝ ਹੈ। ਕੋਈ ਦੂਸਰੀ ਜੂਨ ਵਾਲਾ ਜਾਨਵਰ ਕੋਈ ਵੀ ਉਹ ਪ੍ਰਮਾਤਮਾ ਨੂੰ ਨਹੀਂ ਧਿਆ ਸਕਦਾ, ਅਸੀਂ ਸਮਝ ਸਕਦੇ ਹਾਂ। ਇਸ ਜੂਨ ਦੇ ਵਿੱਚ ਆ ਕਰਕੇ ਅਸੀਂ ਆਪਣੇ ਜਨਮ ਮਰਨ ਦੇ ਗੇੜ ਨੂੰ ਸਮਾਪਤ ਕਰ ਦਈਏ, ਪਰਮਾਤਮਾ ਦੇ ਵਿੱਚ ਜਾ ਕਰਕੇ ਅਭੇਦ ਹੋ ਜਾਈਏ। ਜਿਸ ਤਰ੍ਹਾਂ ਪਾਣੀ 'ਚ ਜਾ ਕੇ ਮਿਲ ਜਾਂਦਾ ਹੈ, ਇਸੇ ਤਰ੍ਹਾਂ ਹੀ ਅਸੀਂ ਅੱਗੇ ਵੱਧ ਕਰਕੇ ਉਸ ਸਮੁੰਦਰ 'ਚ ਮਿਲਣਾ ਹੈ, ਅਭੇਦ ਹੋਣਾ ਹੈ। ਇਹ ਸਾਨੂੰ ਸਮਾਂ ਮਿਲਿਆ ਹੈ, ਬਹੁਤ ਥੋੜਾ ਸਮਾਂ ਹੈ। ਇਹ ਮਤ ਸੋਚਣਾ ਕਿ ਜ਼ਿੰਦਗੀ ਬੜੀ ਲੰਬੇਰੀ ਹੈ। ਇੱਕ ਸਵਾਸ ਘਟਦਾ ਪਿਆ ਹੈ, ਵੱਧਦਾ ਨਹੀਂ ਪਿਆ। ਜੀਵਨ ਸਮਾਪਤੀ ਵੱਲ ਜਾ ਰਿਹਾ ਹੈ, ਅਗਾਂਹ ਵੱਧਦਾ ਨਹੀਂ ਪਿਆ। ਇਸ ਇੱਕ ਸਵਾਸ ਦੇ ਨਾਲ ਪਰਮਾਤਮਾ ਨੂੰ ਸਮਝਣਾ ਸ਼ੁਰੂ ਕਰ ਦੇਵੋ, ਕਿਰਪਾ ਹੋ ਜਾਵੇਗੀ, ਚੜ੍ਹਦੀ ਕਲਾ ਹੋ ਜਾਵੇਗੀ। ਮਹਾਰਾਜ ਜੀ ਨੇ ਆਖਿਆ ਹੈ ਕਿ ਬਿਨ ਸ਼ਬਦੇ ਸਭ ਜਗ ਬੁਰਾਨਾ, ਬਿਰਥਾ ਜਨਮ ਗਵਾਇਆ। ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਮਹਾਰਾਜ ਜੀ ਕਹਿੰਦੇ ਹਨ ਕਿ ਹੇ ਨਾਨਕ, ਸੱਚੇ ਗੁਰੂ ਦਾ ਇੱਕ ਸ਼ਬਦ ਹੀ ਆਤਮਿਕ ਜੀਵਨ ਦੇਣ ਵਾਲਾ ਜਲ ਹੈ, ਜੋ ਸਤਿਗੁਰੂ ਦੇ ਸਨਮੁਖ ਮਨੁੱਖ ਨੂੰ ਮਿਲਦਾ ਹੈ। ਪੌੜੀ ਸੋ ਹਰ ਪੁਰਖ ਅਗੰਮ ਹੈ, ਕਹੋ ਕਿਤ ਬਿਦ ਪਾਈਐ। ਹੁਣ ਪੌੜੀ ਹੈ, ਸਮਾਪਤੀ ਹੈ। ਮਹਾਰਾਜ ਜੀ ਕਹਿੰਦੇ ਹਨ ਕਿ ਸੋ ਹਰ ਪੁਰਖ ਅਗੰਮ ਹੈ, ਕਹੋ ਕਿਤ ਬਿਦ ਪਾਈਏ। ਹੇ ਭਾਈ, ਕੋਈ ਮੈਨੂੰ ਦੱਸੇ ਕਿ ਉਹ ਪਰਮਾਤਮਾ ਅਗੰਮ ਪੁਰਖ ਕਿਸ ਤਰ੍ਹਾਂ ਸਾਨੂੰ ਮਿਲ ਸਕਦਾ ਹੈ। ਤਿਸ ਰੂਪ ਨ ਰੇਖ ਅਦ੍ਰਿਸ਼ਟ, ਕਹੋ ਜਨ ਕਿਉ ਧਿਆਈਐ। ਇਹ ਮਹਾਰਾਜ ਜੀ ਦੱਸ ਰਹੇ ਹਨ ਕਿ ਉਸ ਨੂੰ ਕਿਸ ਤਰ੍ਹਾਂ ਸਮਝਣਾ ਹੈ। ਤਿਸ ਰੂਪ ਨ ਰੇਖ ਅਦ੍ਰਿਸ਼ਟ, ਕਹੋ ਜਨ ਕਿਉ ਧਿਆਈਐ। ਉਸ ਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਦਿਸਦਾ ਵੀ ਨਹੀਂ, ਤੇ ਅਸੀਂ ਉਸ ਨੂੰ ਫਿਰ ਕਿਵੇਂ ਸਿਮਰੀਏ। ਨਿਰੰਕਾਰ ਨਿਰੰਜਨ ਹਰ ਅਗਮ, ਕਿਆ ਕਹਿ ਗੁਣ ਗਾਈਐ। ਉਹ ਪਰਮਾਤਮਾ ਸ਼ਕਲ ਤੋਂ ਬਿਨਾ ਹੈ, ਮਾਇਆ ਤੋਂ ਰਹਿਤ ਹੈ, ਪਹੁੰਚ ਤੋਂ ਪਰੇ ਹੈ। ਕੀ ਆਖ ਕੇ ਉਸ ਦੀ ਸਿਫਤ ਸਲਾਹ ਕਰੀਏ। ਜਿਸ ਆਪ ਬੁਝਾਏ ਆਪ, ਸੋ ਹਰ ਮਾਰਗ ਪਾਈਐ। ਮਹਾਰਾਜ ਜੀ ਕਹਿੰਦੇ ਹਨ ਕਿ ਜਿਸ ਆਪ ਬੁਝਾਏ ਆਪ, ਸੋ ਹਰ ਮਾਰਗ ਪਾਈਏ। ਜਿਸ ਮਨੁੱਖ ਨੂੰ ਆਪ ਪ੍ਰਭੂ ਸਮਝਾ ਦਿੰਦਾ ਹੈ, ਉਹ ਪ੍ਰਭੂ ਦੇ ਰਾਹ ਤੇ ਤੁਰਦਾ ਹੈ। ਹੁਣ ਗੱਲ ਫਿਰ ਉਹੀ ਆ ਗਈ ਨਾ ਕਿ ਅਸੀਂ ਪਰਮਾਤਮਾ ਨੂੰ ਕਿੱਦਾਂ ਸਮਝਣਾ ਹੈ, ਕਿਵੇਂ ਸਿਮਰਨਾ ਹੈ। ਸਾਡਾ ਉਦਮ ਸਭ ਤੋਂ ਅੱਗੇ ਹੋਣਾ ਚਾਹੀਦਾ ਹੈ। ਮਨਮੁਖ ਗੁਰਮੁਖ ਦੀ ਡੈਫੀਨੇਸ਼ਨ ਨੂੰ ਸਮਝ ਲਓ। ਜੇ ਤੁਸੀਂ ਇਸ ਡੈਫੀਨੇਸ਼ਨ ਨੂੰ ਸਮਝ ਲਓਗੇ, ਤੁਸੀਂ ਮਨਮੁਖ ਵਾਲੇ ਪਾਸੇ ਥੋੜੀ ਜਾਵੋਗੇ, ਤੁਸੀਂ ਹਮੇਸ਼ਾ ਗੁਰਮੁਖ ਵਾਲੇ ਪਾਸੇ ਹੀ ਵਧੋਗੇ। ਜਦੋਂ ਅਸੀਂ ਵਧਾਂਗੇ, ਇਸੇ ਨੂੰ ਹੀ ਉਦਮ ਕਹਿੰਦੇ ਹਨ। ਅਸੀਂ ਮਹਾਰਾਜ ਜੀ ਦੇ ਦਰ ਤੇ ਆਏ ਹਾਂ, ਇੱਕ ਉਦਮ ਕਰਕੇ ਆਏ ਹਾਂ। ਅਗਾਂਹ ਦੀ ਅਗਾਂਹ ਵਧਣਾ ਹੈ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤਬੈ ਸਰਬ ਸੰਭਾਲੇ। ਸੋ ਦਰ ਤੇ ਆ ਗਏ ਆ। ਹੁਣ ਘਰ ਕਿਹੜਾ ਹੈ? ਦਰ ਤੇ ਅਸੀਂ ਬੈਠੇ ਆ, ਘਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਤੇ ਘਰ ਦੇ ਅੰਦਰ ਜਾ ਕਰਕੇ ਗੁਰਬਾਣੀ ਨੂੰ ਪੜ੍ਹਨਾ ਹੈ, ਘਰ ਨੂੰ ਸਮਝਣਾ ਹੈ। ਇਦਾਂ ਇੱਕ ਸੰਸਾਰਿਕ ਐਗਜ਼ਾਮਪਲ ਦੇਖੋ, ਕਿਸੇ ਨੂੰ ਮਿਲਣਾ ਹੋਵੇ, ਅਸੀਂ ਜੇ ਉਹਦੇ ਮਕਾਨ ਦੇ ਕੋਲ ਜਾ ਕਰਕੇ ਬੈਠ ਕਰਕੇ ਆ ਜਾਈਏ, ਪਰ ਸਾਨੂੰ ਇਸ ਗੱਲ ਦੀ ਸੰਤੁਸ਼ਟੀ ਹੋ ਜਾਂਦੀ ਹੈ ਕਿ ਇੱਥੇ ਕੁਝ ਹੈਗਾ ਹੈ ਜੋ ਸਾਨੂੰ ਪਾਰ ਕਰਾ ਸਕਦਾ ਹੈ, ਪਰ ਅਸੀਂ ਉਸ ਨੂੰ ਮਿਲੇ ਨਹੀਂ ਹਜੇ ਤੱਕ। ਇਹ ਗੱਲ ਕਿਤੇ ਸਾਡੇ ਨਾਲ ਤਾਂ ਨਹੀਂ ਹੋ ਰਹੀ। ਇੱਥੇ ਬੈਠੇ ਜ਼ਰੂਰ ਆ ਅਸੀਂ, ਪਰ ਘਰ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤਬੈ ਸਰਬ ਸੰਭਾਲੇ। ਘਰ ਕੀ ਹੈ? ਘਰ ਹੈ ਗੁਰਬਾਣੀ।
ਜਿੰਨੀ ਦੇਰ ਤੱਕ ਗੁਰਬਾਣੀ ਨੂੰ ਨਹੀਂ ਪੜ੍ਹਨਾ ਉਨੀ ਦੇਰ ਤੱਕ ਅਸੀਂ ਸੰਪੂਰਨ ਤੌਰ ਤੇ ਸਫਲ ਨਹੀਂ ਹੋਵਾਂਗੇ। ਸਫਲ ਅਸੀਂ ਹੈਗੇ ਆ, ਮੈਂ ਇਹ ਨਹੀਂ ਕਹਿ ਰਿਹਾ ਬਿਨ ਭਾਗਾਂ ਸਤਸੰਗ ਨਾ ਲੱਭੇ। ਇਹ ਵੀ ਬੜੇ ਵੱਡੇ ਭਾਗ ਆ ਕਿ ਅਸੀਂ ਇੱਥੋਂ ਤੱਕ ਆਏ ਆ, ਇਹ ਵੀ ਉਹਦੀ ਕਿਰਪਾ ਹੈ। ਸ਼ੁਕਰਾਨਾ ਕਰੋ ਪਰਮਾਤਮਾ ਦਾ, ਅਰਦਾਸ ਕਰੋ ਕਿ ਮਹਾਰਾਜ ਸਾਨੂੰ ਹੋਰ ਅੱਗੇ ਲੈ ਜਾਓ, ਸਾਨੂੰ ਇੱਥੇ ਨਾ ਰੱਖੋ। ਇਹੀ ਤਾਂ ਸਿੱਖ ਦਾ ਜੀਵਨ ਹੈ। ਉਪਦੇਸ਼ ਜੋ ਸਤਿਗੁਰ ਦਿੱਤਾ ਸੋ ਸੁਣਿਆ ਸਿੱਖੀ ਕਰਨੇ, ਅਗਾਂਹ ਹੀ ਵਧਣਾ ਹੈ। ਅਸੀਂ ਸਿੱਖ ਦਾ ਕਰਤੱਵ ਹੈ ਸਿੱਖਣਾ ਤੇ ਸਿਖਾਉਣਾ। ਤੁਸੀਂ ਸਿੱਖਦੇ ਰਹੋ, ਖਤਮ ਨਹੀਂ ਹੋਣ ਲੱਗਾ, ਕਦੇ ਵੀ ਫੁੱਲ ਸਟਾਪ ਨਹੀਂ ਲਾਉਣਾ, ਸਿੱਖਦੇ ਰਹਿਣਾ ਹੈ। ਇਹੀ ਸਿੱਖ ਦਾ ਜੀਵਨ ਹੁੰਦਾ ਹੈ। ਇਹ ਅੱਜ ਦੇ ਸ਼ਬਦਾਂ ਦੇ ਅੰਦਰ ਇਹੀ ਭਾਵਨਾ ਮਹਾਰਾਜ ਜੀ ਦੇ ਰਹੇ ਹਨ। ਸਮਾਪਤੀ ਹੈ ਸ਼ਬਦ ਦੀ, ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਏ। ਜਿਸ ਮਨੁੱਖ ਨੂੰ ਪ੍ਰਭੂ ਪਰਮਾਤਮਾ ਸਮਝਾ ਦਿੰਦਾ ਹੈ, ਉਹ ਪ੍ਰਭੂ ਦੇ ਰਾਹ ਤੇ ਤੁਰਦਾ ਹੈ। ਗੁਰ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ। ਹੁਣ ਗੱਲ ਕੀ ਹੈ ਕਿ ਅਸੀਂ ਸਕੂਲਾਂ ਦੇ ਅੰਦਰ ਜਾਂਦੇ ਆ ਨਾ, ਛੋਟੇ ਹੁੰਦਿਆਂ ਸਕੂਲ 'ਚ ਪੜ੍ਹਦੇ ਆ, ਉੱਥੇ ਇੱਕ ਗੁਰੂ ਹੁੰਦਾ ਹੈ, ਟੀਚਰ ਹੁੰਦਾ ਹੈ, ਮਾਸਟਰ ਹੁੰਦਾ ਹੈ। ਉਸ ਦੀ ਦਿੱਤੀ ਸਿੱਖਿਆ ਦੇ ਨਾਲ ਅਸੀਂ ਪੜ੍ਹਾਈ ਕਰਦੇ ਹਾਂ। ਅਸੀਂ 10ਵੀਂ ਪਾਸ ਕੀਤੀ, 12ਵੀਂ ਕੀਤੀ, ਸਾਨੂੰ ਸਰਟੀਫਿਕੇਟ ਮਿਲੇ। ਅਸੀਂ ਗਾਂ ਮਾਸਟਰ ਕੀਤੀ, ਗ੍ਰੈਜੂਏਸ਼ਨ ਕੀਤੀ, ਸਮਾਂ ਬਿਤਾਇਆ, ਸਾਨੂੰ ਸਰਟੀਫਿਕੇਟ ਮਿਲਿਆ। ਗੁਰੂ ਉਸ ਟੀਚਰਾਂ ਦੀ ਬਦੌਲਤ ਉਹਨਾਂ ਨੇ ਸਾਨੂੰ ਗਿਆਨ ਦਿੱਤਾ। ਹੁਣ ਪਰਮਾਤਮਾ ਨਾਲ ਅਸੀਂ ਸਮਝਣਾ ਹੈ ਨਾ, ਤਾਂ ਗੁਰੂ ਤੋਂ ਬਿਨਾਂ ਅਸੀਂ ਉਸ ਦੇ ਕੋਲ ਜਾ ਹੀ ਨਹੀਂ ਸਕਦੇ। ਗੁਰੂ ਹੋਣਾ ਬੜਾ ਜ਼ਰੂਰੀ ਹੈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਰੇ ਸੰਸਾਰ ਦੇ, ਸਾਰੀ ਸ੍ਰਿਸ਼ਟੀ ਨੂੰ ਇੱਕੋ ਹੀ ਉਪਦੇਸ਼ ਦੇ ਰਹੇ ਹਨ, ਇੱਕ ਓੰਕਾਰ ਨੂੰ ਧਿਆਲੋ। ਸਾਰਿਆਂ ਦੇ ਗੁਰੂ ਹਨ, ਨਾ ਕਿ ਸਿੱਖਾਂ ਦੇ। ਸਿੱਖ ਕੌਣ ਹੈ? ਸਿੱਖ ਹੈ ਪਰਮਾਤਮਾ ਦਾ ਨੈਚੁਰਲ ਰੂਪ। ਅਸੀਂ ਇਸੇ ਕਰਕੇ ਕੇਸ ਨਹੀਂ ਕੱਟਦੇ, ਅਸੀਂ ਉਸ ਪਰਮਾਤਮਾ ਦੇ ਉਪਦੇਸ਼ ਦੇ ਵਿੱਚ ਰਹਿੰਦੇ ਹਾਂ। ਅਸੀਂ ਉਸ ਪਰਮਾਤਮਾ ਨੂੰ ਸਮਝਦੇ ਹਾਂ। ਜੇ ਪਹਿਲਾ ਸਟੈਪ ਹੈ ਪਰਮਾਤਮਾ, ਹੁਣ ਸਵਾਲ ਹੁੰਦੇ ਹਨ ਬੜੇ, ਕੇਸ ਰੱਖਣੇ ਨਹੀਂ ਰੱਖਣੇ, ਕਿਸੇ ਧਰਮ ਦੇ ਅੰਦਰ ਰੱਖਦੇ, ਕਿਸੇ ਦੇ ਨਹੀਂ ਰੱਖਦੇ। ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ, ਕਿਸੇ ਵੀ ਧਰਮ ਦੀ ਪੜਤਾਲ ਕਰੋ, ਪਿੱਛੋਂ ਤੱਕ ਜਾਓ, ਉਹਨਾਂ ਦੀਆਂ ਪੁਸਤਕਾਂ ਪੜ੍ਹੋ, ਉਹਨਾਂ ਦੇ ਵੇਦ ਪੜ੍ਹੋ, ਤੁਹਾਨੂੰ ਕੇਸਾ ਧਾਰੀ ਹੀ ਸਾਰੇ ਮਿਲਣਗੇ। ਕੇਸ ਰੱਖਣੇ ਬੜੇ ਜ਼ਰੂਰੀ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੋਹਰ ਲਾਈ ਹੈ, ਤੇ ਗੁਰੂ ਦੇ ਉਪਦੇਸ਼ ਤੋਂ ਉੱਤੇ ਕੁਝ ਵੀ ਨਹੀਂ ਹੋ ਸਕਦਾ। ਕੇਸਾਧਾਰੀ ਹੋਵਾਂਗੇ, ਫਿਰ ਅਸੀਂ ਅਗਲੇ ਪੜਾਅ ਤੇ ਪੁੱਜਾਂਗੇ। ਜੇ ਅਸੀਂ ਪਹਿਲਾ ਪੜਾਅ ਹੀ ਫੇਲ ਕਰ ਦਿੱਤਾ, ਪਰਮਾਤਮਾ ਦੇ ਗੁਣਾਂ ਨੂੰ ਹੀ ਨਹੀਂ ਅਡਾਪਟ ਕੀਤਾ, ਅਸੀਂ ਕੇਸ ਆਪ ਥੋੜੀ ਰੱਖਦੇ ਹਾਂ। ਕੇਸ ਆਉਂਦੇ ਹਨ ਨਾ। ਕਿਸੇ ਨੇ ਸਵਾਲ ਕੀਤਾ ਕਿ ਤੁਸੀਂ ਕੇਸ ਕਿਉਂ ਕਟਾਉਂਦੇ ਹੋ? ਉੱਤਰ ਦਿਓ ਉਹਨੂੰ, ਅਸੀਂ ਨਹੀਂ ਕਟਾਉਂਦੇ, ਤੁਸੀਂ ਕਟਾਉਂਦੇ ਹੋ, ਅਸੀਂ ਨਹੀਂ ਰੱਖਦੇ। ਕਿਸੇ ਨੇ ਸਵਾਲ ਕੀਤਾ ਕਿ ਤੁਸੀਂ ਕੇਸ ਕਿਉਂ ਕਟਾਉਂਦੇ ਹੋ, ਤੇ ਤੁਸੀਂ ਉਹਨਾਂ ਨੂੰ ਉੱਤਰ ਦਿਓ ਕਿ ਤੁਸੀਂ ਕਟਾਉਂਦੇ ਹੋ, ਸਾਨੂੰ ਤਾਂ ਪਰਮਾਤਮਾ ਵੱਲੋਂ ਇਹ ਬਖਸ਼ਿਸ਼ ਹੈ, ਅਸੀਂ ਨਹੀਂ ਕਟਾਉਂਦੇ। ਇਹ ਪਰਮਾਤਮਾ ਦਾ ਰੂਪ ਹੈ। ਇਹ ਗੱਲਾਂ ਨੂੰ ਸਮਝਣਾ ਇਹ ਬੜਾ ਜ਼ਰੂਰੀ ਹੈ। ਇੱਥੇ ਬੈਠਣਾ ਤਾਂ ਹੀ ਸਾਡਾ ਸਫਲ ਹੈ। ਸਮਾਂ ਬਹੁਤ ਹੋ ਚੁੱਕਾ ਹੈ। ਅਖੀਰਲੀ ਪੰਕਤੀ, ਗੁਰਪੂਰੇ ਵਿਖਾਲਿਆ ਗੁਰ ਸੇਵਾ ਪਾਈਏ। ਗੁਰੂ ਤੋਂ ਬਿਨਾਂ ਅਸੀਂ ਪਰਮਾਤਮਾ ਨੂੰ ਨਹੀਂ ਸਮਝ ਸਕਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਆਏ ਹਾਂ। ਮਹਾਰਾਜ ਜੀ ਦੀ ਗੁਰਬਾਣੀ ਨੂੰ ਹਿਰਦੇ ਵਿੱਚ ਵਸਾ ਕਰਕੇ ਅਸੀਂ ਪਰਮਾਤਮਾ ਨੂੰ ਸਮਝ ਲੈਣਾ ਹੈ। ਬੜੇ ਵੱਡੇ ਭਾਗਾਂ ਦੇ ਨਾਲ ਆਪ ਸਾਰੀ ਸੰਗਤ ਅੱਜ ਇੱਥੇ ਇਕੱਤਰ ਹੋਏ ਹੋ। ਆਪ ਸਭਨਾਂ ਦਾ ਸ਼ੁਕਰਾਨਾ ਹੁਣ ਦੇਗ ਦਾ ਵਰਤਾਰਾ ਕਰਦੇ ਹਾਂ। ਦੇਗ ਦੇ ਵਰਤਾਰੇ ਦੇ ਨਾਲ ਹੀ ਆਪਾਂ ਸਮਾਪਤੀ ਕਰ ਦੇਣੀ ਹੈ ਜੀ। ਸਭ ਤੋਂ ਵੱਧ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਇਹ ਸੋਹਣਾ ਸੁਭਾਗਾ ਸਮਾਂ ਸਾਨੂੰ ਦਿੱਤਾ। ਪਰਮਾਤਮਾ ਦੀ ਉਸਤਤ ਕਰਨ ਦਾ ਸਮਾਂ ਸਾਡੀ ਝੋਲੀ ਦੇ ਵਿੱਚ ਪਾਇਆ, ਪਰਮਾਤਮਾ ਨੂੰ ਸਮਝਣ ਦਾ ਸਮਾਂ ਸਾਡੀ ਝੋਲੀ ਦੇ ਵਿੱਚ ਪਾਇਆ। ਆਪ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਇਕਾਗਰਤਾ ਦੇ ਨਾਲ, ਸਹਿਜਤਾ ਦੇ ਨਾਲ, ਕਿਰਪਾ ਦੇ ਨਾਲ ਆਪ ਜੀਆਂ ਨੇ ਅੱਜ ਦੇ ਇਸ ਦੀਵਾਨਾਂ ਨੂੰ ਸਰਵਣ ਕੀਤਾ ਹੈ। ਚੜ੍ਹਦੀ ਕਲਾ ਦੇ ਨਾਲ ਗੁਰੂ ਘਰ ਆਇਆ ਕਰੋ, ਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਇਆ ਕਰੋ, ਮਹਾਰਾਜ ਜੀ ਦੀ ਗੁਰਬਾਣੀ ਨੂੰ ਪੜ੍ਹਨਾ, ਸੁਣਨਾ ਤੇ ਸਮਝਣਾ ਕਰਿਆ ਕਰੋ। ਇਹੀ ਸਾਡਾ ਜੀਵਨ ਹੈ। ਸਾਰੀਆਂ ਸੇਵਾਵਾਂ ਕਰਦਿਆਂ ਭੁੱਲਾਂ ਚੁੱਕਾਂ ਦੀ ਮਾਫੀ। ਸਤਿਗੁਰ ਮਹਾਰਾਜ ਜੀ ਬਖਸ਼ਣਹਾਰ, ਆਪ ਸੰਗਤਾਂ ਵੀ ਕਿਰਪਾ ਕਰਕੇ ਬਖਸ਼ ਲਿਓ। ਭਾਈ ਤਾਰੂ ਸਿੰਘ ਜੀ ਦੇ ਜੀਵਨ ਬਾਰੇ ਗੱਲ ਕੀਤੀ ਸੀ। ਉਹਨਾਂ ਦਾ ਸ਼ਹੀਦੀ ਦਿਹਾੜਾ ਸ਼ੁੱਕਰਵਾਰ ਨੂੰ ਲੰਘਿਆ ਹੈ। ਪੜ੍ਹਿਆ ਕਰੋ। ਇਤਿਹਾਸ ਪੜ੍ਹਨਾ ਬੜਾ ਜ਼ਰੂਰੀ ਹੈ। ਇਤਿਹਾਸ ਭਾਈ ਤਾਰੂ ਸਿੰਘ ਜੀ ਦੇ ਇਤਿਹਾਸ ਨੂੰ ਅੱਜ ਦੇ ਸ਼ਬਦ ਤੇ ਰੱਖ ਕੇ ਵੇਖ ਲਓ। ਕਿਸੇ ਵੀ ਸ਼ਬਦ ਤੇ ਸਾਡਾ ਪੁਰਾਤਨ ਇਤਿਹਾਸ ਰੱਖ ਕੇ ਦੇਖੋ, ਤੁਹਾਨੂੰ ਬੜੀ ਛੇਤੀ ਗੁਰਬਾਣੀ ਦੀ ਵੀ ਸਮਝ ਲੱਗੇਗੀ, ਇਤਿਹਾਸ ਦੀ ਵੀ ਸਮਝ ਲੱਗੇਗੀ। ਸਭ ਤੋਂ ਸੁਖਾਲਾ ਤਰੀਕਾ ਹੈ, ਕਿਉਂਕਿ ਗੁਰਬਾਣੀ ਦੇ ਵਿੱਚੋਂ ਹੀ ਸਾਡਾ ਇਤਿਹਾਸ ਪ੍ਰਗਟ ਹੋਇਆ ਹੈ। 1707 ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋਤੀ ਜੋਤ ਸਮਾ ਗਏ।
ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਜੂਰ ਸਾਹਿਬ ਵਿਖੇ ਮਿਲਦੀ ਹੈ। ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਭੇਜਿਆ ਜਾਂਦਾ ਹੈ। 1716 ਤੱਕ ਬੰਦਾ ਸਿੰਘ ਬਹਾਦਰ ਦਾ ਰਾਜ ਪੰਜਾਬ ਦੀ ਧਰਤੀ ਤੇ ਚੱਲਦਾ ਹੈ। ਕਿਰਪਾ ਦੇ ਨਾਲ ਖਾਲਸਾ ਰਾਜ ਉੱਥੇ ਸਥਾਪਿਤ ਕੀਤਾ ਜਾਂਦਾ ਹੈ। ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਹੁੰਦੀ ਹੈ, ਦਿੱਲੀ ਵਿਖੇ ਸ਼ਹੀਦੀ ਬਾਬਾ ਬੰਦਾ ਸਿੰਘ ਬਹਾਦਰ ਦੀ ਹੁੰਦੀ ਹੈ। ਉਸ ਤੋਂ ਬਾਅਦ ਦਾ ਜਿਹੜਾ ਸਮਾਂ ਹੈ ਬੜਾ ਸਮਝਣ ਵਾਲਾ ਸਮਾਂ ਹੈ। ਇਤਿਹਾਸ ਥੋੜਾ ਇੱਧਰ ਉੱਧਰ ਹੋਇਆ ਹੈ, ਪਰ ਜਦੋਂ ਅਸੀਂ ਪੜ੍ਹਨ ਲੱਗੀਏ, ਖੋਜਣ ਲੱਗੀਏ, ਬੜਾ ਕੁਝ ਲੱਭਦਾ ਹੈ। ਮਿਸਲਾਂ ਦਾ ਰਾਜ ਕਿਸ ਤਰ੍ਹਾਂ ਪ੍ਰਗਟ ਹੋਇਆ। ਜਦੋਂ ਗੁਰਬਾਣੀ ਸਾਡੇ ਕੋਲ ਹੈ, ਉਦੋਂ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮਿਲ ਗਈ ਸੀ। ਗੁਰਬਾਣੀ ਦੇ ਅਕੋਰਡਿੰਗਲੀ ਜੀਵਨ ਤਾਂ ਸੱਚਾ ਹੀ ਜੀਣਾ ਹੈ ਨਾ, ਤੇ ਮਿਸਲਾਂ ਤਾਂ ਆਪਣੇ ਆਪ ਪੈਦਾ ਹੋਣੀਆਂ ਹੀ ਸਨ। ਮਿਸਲਾਂ ਉਦੋਂ ਮੁਗਲ ਸਾਮਰਾਜ ਬੜਾ ਪੀਕ ਤੇ ਚਲਾ ਗਿਆ ਸੀ। ਨਾਦਰ ਸ਼ਾਹ ਅਬਦਾਲੀ ਵਰਗੇ ਪੰਜਾਬ ਦੇ ਵਿੱਚੋਂ ਲੰਘ ਕਰਕੇ ਦਿੱਲੀ ਦੇ ਰਾਜ ਤੇ ਬਹਿ ਕਰਕੇ ਹਿੰਦੁਸਤਾਨ ਨੂੰ ਲੁੱਟ ਕਰਕੇ ਲਿਜਾਂਦੇ ਸਨ, ਤੇ ਸਾਡੇ ਗੁਰੂ ਦੇ ਸਿੱਖ, ਪੁਰਾਤਨ ਸਿੱਖ ਹੀ ਉਹਨਾਂ ਨੂੰ ਰੋਕਿਆ ਕਰਦੇ ਸਨ। ਗੁਰਬਾਣੀ ਸਾਡੇ ਅੰਦਰ ਸੀ, ਸੱਚ ਦਾ ਮਾਰਗ ਸਾਡੇ ਅੰਦਰ ਸੀ। 1716 ਨੂੰ ਭਾਈ ਤਾਰੂ ਸਿੰਘ ਜੀ ਦਾ ਸਮਾਂ, 1745 ਨੂੰ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ, ਤੇ ਉਸੇ ਸਮੇਂ ਦੇ ਅੰਦਰ ਮੱਸੇ ਰੰਗੜ ਦਾ ਵੀ ਸਮਾਂ ਆਉਂਦਾ ਹੈ ਜਦੋਂ ਉਹ ਹਰਮੰਦਰ ਸਾਹਿਬ ਵਿਖੇ ਬੇਅਦਬੀ ਕਰਦਾ ਹੈ। ਉਸ ਦਾ ਵੀ ਖੋਪੜ ਲਾਇਆ ਜਾਂਦਾ ਹੈ ਗੁਰਸਿੱਖਾਂ ਵੱਲੋਂ। 1777 ਤੋਂ ਅਸਲ 1777 ਤੋਂ ਮਿਸਲਾਂ ਦਾ ਰਾਜ ਸ਼ੁਰੂ ਹੁੰਦਾ ਹੈ। 12 ਮਿਸਲਾਂ ਪ੍ਰਗਟ ਹੋਈਆਂ ਸਨ। ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਸਨ ਮਹਾਰਾਜਾ ਰਣਜੀਤ ਸਿੰਘ ਜੀ। ਉਹਨਾਂ ਦੇ ਪਹਿਲਾਂ ਦਾਦਾ ਜੀ ਨੇ ਇਹ ਮਿਸਲ ਨੂੰ ਆਰੰਭ ਕੀਤਾ ਸੀ। ਪੰਜਾਬ ਦੇ ਵੱਖ-ਵੱਖ ਭਾਗਾਂ ਦੇ ਉੱਤੇ ਇੱਕ ਮਿਸਲਾਂ ਪ੍ਰਗਟ ਹੋਈਆਂ, ਕਿਉਂਕਿ ਉਦੋਂ ਕਮਿਊਨੀਕੇਸ਼ਨ ਬੜਾ ਘੱਟ ਹੁੰਦਾ ਸੀ। ਘੋੜਿਆਂ ਤੇ ਜਾਣਾ, ਚਿੱਠੀ ਪੱਤਰੀ ਜਾਣਾ, ਤੇ 4-4 5-5 ਜਿਹੜੇ ਸੂਬੇ ਸਨ ਉਹਨਾਂ ਦੇ ਅੰਦਰ ਜਿਹੜੀ ਇੱਕ ਵਿਉਂਤਬੰਦੀ, ਇਸ ਤਰ੍ਹਾਂ ਜਗ੍ਹਾ ਦੇ ਉੱਤੇ ਮਿਸਲਾਂ ਪ੍ਰਗਟ ਹੋਈਆਂ। ਮੁਗਲ ਸਾਮਰਾਜ ਦੇ ਨਾਲ ਲੜਾਈਆਂ ਹੋਈਆਂ, ਉਹਨਾਂ ਨੂੰ ਭਜਾਇਆ ਗਿਆ। ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਬਣੇ ਮਹਾਰਾਜਾ ਰਣਜੀਤ ਸਿੰਘ। 18ਵੀਂ ਸਦੀ ਤੋਂ ਲੈ ਕਰਕੇ ਆਰੰਭ ਤੋਂ 1840 ਤੱਕ ਸਿੱਖ ਅੰਪਾਇਰ ਲਾਹੌਰ ਦੇ ਰਾਜ ਦੇ ਉੱਤੇ ਰਿਹਾ। ਮਹਾਰਾਜਾ ਰਣਜੀਤ ਸਿੰਘ ਦੀ ਦੇਖ ਰੇਖ ਦੇ ਅੰਦਰ ਫਿਰ ਗੋਰਿਆਂ ਦਾ ਸਮਾਂ ਆਉਂਦਾ ਹੈ, ਤੇ ਉਹ ਜਿਹੜਾ ਸਾਰਾ ਸਮਾਂ ਹੈ ਨਾ, ਕਿਤੇ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਇਕੱਠਿਆਂ ਕਰ ਦਿੱਤਾ ਸੀ, ਸਾਰਿਆਂ ਨੂੰ ਸਰਦਾਰੀ ਦੇ ਦਿੱਤੀ ਸੀ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਸਨ ਕਿ ਮੈਂ ਰਾਜਾ ਨਹੀਂ ਆ, ਤੂੰ ਮੇਰਾ ਭਾਈ ਹੈ, ਤੂੰ ਵੀ ਮੇਰਾ ਭਾਈ ਹੈ। ਆਪਾਂ ਸਾਰਿਆਂ ਨੇ ਹੀ ਰਲ ਮਿਲ ਕਰਕੇ ਇੱਕ ਰਾਜ ਐਸਾ ਪੈਦਾ ਕਰਨਾ ਹੈ, ਗੁਰਸਿੱਖਾਂ ਵਾਲਾ ਰਾਜ ਪੈਦਾ ਕਰਨਾ ਹੈ। ਸੋ ਸਾਰੇ ਮਿਸਲਾਂ ਦੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਤਖਤਾਂ ਤੇ ਬਹਿੰਦੇ ਸਨ, ਚੜ੍ਹਦੀ ਕਲਾ ਦੇ ਨਾਲ ਜੀਵਨ ਚਲਾਉਂਦੇ ਸਨ, ਤੇ ਰਿਆਸਤ, ਐਸੀ ਰਿਆਸਤ ਉਹਨਾਂ ਨੇ ਕਾਇਮ ਕੀਤੀ ਕਿ ਦੁਨੀਆ ਦੇ ਅੰਦਰ ਉਸ ਰਾਜ ਦੀ ਵਿਰਾਸਤ ਦੀ ਮਿਸਾਲ ਕਿਤੇ ਵੀ ਨਹੀਂ ਤੁਹਾਨੂੰ ਮਿਲਣੀ। ਮਹਾਰਾਜਾ ਰਣਜੀਤ ਸਿੰਘ ਦਾ ਇੱਕ ਐਸਾ ਰਾਜ ਹੋਇਆ ਜਿਸ ਰਾਜ ਦੇ ਅੰਦਰ ਕਦੀ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਗਈ, ਕਦੀ ਕਿਸੇ ਨੂੰ ਮਾਰਿਆ ਨਹੀਂ ਗਿਆ, ਸਭਨਾਂ ਦਾ ਭਲਾ ਹੀ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅੰਦਰ ਗੋਰਿਆਂ ਨੇ ਜੋਬਾਂ ਕੀਤੀਆਂ, ਬਾਹਰਲੇ ਦੇਸ਼ਾਂ ਤੋਂ ਆ ਕਰਕੇ ਉਹਨਾਂ ਦੀ ਵਿਰਾਸਤ ਦੇ ਅੰਦਰ ਉਹਨਾਂ ਨੇ ਕੰਮਕਾਰ ਕੀਤੇ, ਮੁਸਲਮਾਨਾਂ ਨੇ ਜੋਬਾਂ ਕੀਤਾ, ਹਿੰਦੂ ਵੀਰਾਂ ਨੇ ਜੋਬਾਂ ਕੀਤੀਆਂ, ਕਿਉਂਕਿ ਮਹਾਰਾਜ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਅਸੀਂ ਸਾਰੇ ਇੱਕ ਹੀ ਹਾਂ, ਇੱਕ ਓਅੰਕਾਰ ਦੇ ਦਾਇਰੇ ਦੇ ਅੰਦਰ ਹੀ ਹਾਂ। ਇਹ ਮੈਂ ਤਾਂ ਦੱਸ ਰਿਹਾ ਕਿ ਸਾਨੂੰ ਇਹਨਾਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ। ਮਿਸਲਾਂ ਦੇ ਰਾਜ ਤੋਂ ਵੀ ਅਸੀਂ ਬੜਾ ਕੁਝ ਸਿੱਖ ਸਕਦੇ ਹਾਂ। ਸਾਡਾ ਰਾਜ ਰਿਹਾ ਹੈ, ਇਹ ਗੱਲ ਦਾ ਮੈਂ ਅਹਿਸਾਸ ਦਿਵਾਉਣਾ ਚਾਹੁੰਦਾ ਹੈ। ਅਸੀਂ ਦਿਲੋਂ ਰਾਜੇ ਸਾਨੂੰ ਮਹਾਰਾਜ ਜੀ ਨੇ ਬਣਾਇਆ ਹੈ। ਇਹਦਾ ਮਤਲਬ ਇਹ ਨਹੀਂ ਕਿ ਰਾਜ ਉਦੋਂ ਸਮਾਪਤ ਹੋ ਗਿਆ ਤੇ ਅੱਜ ਅਸੀਂ ਗੁਲਾਮ ਆ, ਨਹੀਂ। ਇੱਕ ਸੱਚੇ ਗੁਰਸਿੱਖ ਨੂੰ ਕੋਈ ਵੀ ਗੁਲਾਮ ਨਹੀਂ ਕਰ ਸਕਦਾ, ਕਿਉਂਕਿ ਸੱਚ ਦੀ ਭਾਵਨਾ ਹੁੰਦੀ ਹੈ ਅੰਦਰ। ਬਾਬਾ ਬੰਦਾ ਸਿੰਘ ਬਹਾਦਰ ਨੂੰ ਹਾਥੀ ਦੇ ਉੱਤੇ ਪਿੰਜਰੇ ਦੇ ਵਿੱਚ ਕੈਦ ਕਰਕੇ ਲਿਜਾਇਆ ਗਿਆ ਸੀ। ਇਹਦਾ ਮਤਲਬ ਇਹ ਨਹੀਂ ਸੀ ਕਿ ਉਹਨੂੰ ਗੁਲਾਮ ਬਣਾ ਲਿਆ, ਉਹਦੀ ਸੋਚ ਨੂੰ ਨਹੀਂ ਸੀ ਨਾ ਗੁਲਾਮ ਕਰ ਸਕੇ, ਉਸ ਨੂੰ ਮਨਾ ਨਹੀਂ ਸੀ ਸਕੇ। ਸੱਚ ਦੇ ਮਾਰਗ ਤੇ ਸੀ ਉਹ। ਬਾਬਾ ਬੰਦਾ ਸਿੰਘ ਬਹਾਦਰ ਦੀ ਕਿਤੇ ਸ਼ਹੀਦੀ ਨੂੰ ਪੜ੍ਹਿਓ, ਰੋਂਗਟੇ ਖੜੇ ਹੋ ਜਾਂਦੇ ਹਨ। ਜਮੂਰਾਂ ਦੇ ਨਾਲ ਉਹਨਾਂ ਦੇ ਮਾਸ ਨੂੰ ਨੋਚਿਆ ਗਿਆ ਸੀ। ਉਹਨਾਂ ਦੇ ਛੋਟੇ ਪੁੱਤਰ ਨੂੰ ਸਾਹਮਣੇ ਵੱਢ ਕਰਕੇ ਉਹਦਾ ਦਿਲ ਕੱਢ ਕਰਕੇ ਉਹਨਾਂ ਦੇ ਮੂੰਹ ਦੇ ਵਿੱਚ ਪਾਇਆ ਗਿਆ ਸੀ। ਸਿੱਖਣ ਦੀ ਲੋੜ ਹੈ ਪਿਆਰਿਓ, ਸਮਝਣ ਦੀ ਲੋੜ ਹੈ। ਆਪਾਂ ਕੇਸਾਧਾਰੀ ਹੋਈਏ, ਆਪਾਂ ਇਤਿਹਾਸ ਨੂੰ ਪੜ੍ਹੀਏ, ਗੁਰਬਾਣੀ ਨੂੰ ਪੜ੍ਹੀਏ, ਤੇ ਖੰਡੇ ਬਾਟੇ ਦੀ ਪੌਲ ਵੱਲ ਸਹਿਜੇ ਸਹਿਜੇ ਵਧੀਏ। ਅਖੀਰ ਦੇ ਵਿੱਚ ਇੱਕੋ ਬੇਨਤੀ ਕਰਕੇ ਸਮਾਪਤੀ,
ਨਵੰਬਰ ਦੇ ਮਹੀਨੇ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਸੰਚਾਰ ਇਸ ਜਗ੍ਹਾ ਤੇ ਹੋ ਰਿਹਾ ਹੈ। ਸਮਾਂ ਕਾਫੀ ਹੈ। ਜਿਨ੍ਹਾਂ ਨੇ ਮਨ ਬਣਾਇਆ ਰਹਿਤ ਵੱਲ ਵਧੋ, ਕਿਰਪਾ ਦੇ ਨਾਲ ਗੁਰਬਾਣੀ ਪੜ੍ਹਨੀ ਸ਼ੁਰੂ ਕਰੋ, ਰਹਿਤ ਦੇ ਅੰਦਰ ਰਹਿਣਾ ਸ਼ੁਰੂ ਕਰੋ, ਸਾਨੂੰ ਦੱਸੋ, ਨਾਮ ਲਿਖਾਓ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰੋ। ਅੰਮ੍ਰਿਤ ਸੰਚਾਰ ਨਵੰਬਰ ਦੇ ਮਹੀਨੇ ਇੱਥੇ ਹੋਣਾ ਹੈ। ਜਿਨ੍ਹਾਂ ਨੇ ਵੀ ਮਾਈਆਂ ਭਾਈਆਂ ਨੇ